ਦੁਨੀਆ 'ਚ ਔਰਤਾਂ ਜ਼ਿਆਦਾ ਪਾਪੀ ਜਾਂ ਪੁਰਸ਼। ਇੱਕ ਸਮੇਂ ਦੀ ਗੱਲ ਹੈ, ਇੱਕ ਕੁੱਤਾ ਤੇ ਕੁੱਤੀ ਬੜੇ ਪਿਆਰ ਨਾਲ ਰਹਿੰਦੇ ਸੀ। ਉਹ ਇੱਕ ਦੂਜੇ ਦਾ ਪੂਰਾ ਧਿਆਨ ਰੱਖਦੇ ਸੀ। ਪਰ ਇੱਕ ਦਿਨ ਕਿਸੇ ਮਾਮੂਲੀ ਜਿਹੀ ਗੱਲ ਤੇ ਉਹਨਾਂ ਵਿਚਕਾਰ ਬਹਿਸ ਹੋਣ ਲੱਗੀ ਤੇ ਬਹਿਸ ਇੰਨੀ ਵੱਧ ਗਈ ਕਿ ਗੁੱਸੇ ਵਿੱਚ ਕੁੱਤੇ ਨੇ ਕਹਿ ਦਿੱਤਾ ਕਿ ਇਸ ਸੰਸਾਰ ਦੀਆਂ ਔਰਤਾਂ ਸਭ ਤੋਂ ਵੱਡੀਆਂ ਦੋਸ਼ੀ ਤੇ ਧੋਖਾ ਦੇਣ ਵਾਲੀਆਂ ਹੁੰਦੀਆਂ ਹਨ। ਇਹ ਸੁਣ ਕੇ ਕੁੱਤੀ ਨੂੰ ਬੜਾ ਗੁੱਸਾ ਆਇਆ। ਉਸਨੇ ਉਸੇ ਵੇਲੇ ਜਵਾਬ ਦਿੱਤਾ, ਨਹੀਂ, ਇਹ ਸੱਚ ਨਹੀਂ ਹੈ। ਇਸ ਦੁਨੀਆ ਤੇ ਪੁਰਸ਼ ਸਭ ਤੋਂ ਵੱਡੇ ਦੋਸ਼ੀ ਤੇ ਵਿਸ਼ਵਾਸਘਾਤੀ ਹੁੰਦੇ ਹਨ। ਦੋਨੋਂ ਆਪਣੀ ਆਪਣੀ ਗੱਲ ਤੇ ਅੜੇ ਰਹੇ ਤੇ ਬਹਿਸ ਖਤਮ ਹੋਣ ਦਾ ਨਾਮ ਹੀ ਨਹੀਂ ਲੈ ਰਹੀ ਸੀ। ਆਖਰਕਾਰ ਉਹ ਝਗੜੇ ਦਾ ਹੱਲ ਲੱਭਣ ਲਈ ਗਿਆਨੀ ਸਾਧੂ ਕੋਲ ਗਏ। ਉਹ ਸਾਧੂ ਬੋਹੜ ਤੇ ਦਰਖਤ ਹੇਠ ਧਿਆਨ ਵਿੱਚ ਬੈਠਾ ਹੋਇਆ ਸੀ। ਉਹ ਦੋਨੋਂ ਉਹਨਾਂ ਦੇ ਕੋਲ ਪਹੁੰਚੇ, ਉਹਨਾਂ ਨੂੰ ਪ੍ਰਣਾਮ ਕੀਤਾ ਤੇ ਆਪਣੀ ਮੁਸ਼ਕਲ ਦੱਸੀ। ਕੁੱਤੇ ਨੇ ਕਿਹਾ, ਮਹਾਰਾਜ, ਸਾਡੇ ਦੋਨਾਂ ਵਿੱਚ ਇੱਕ ਵਿਵਾਦ ਹੋ ਗਿਆ ਹੈ। ਮੇਰਾ ਮੰਨਣਾ ਹੈ ਕਿ ਸੰਸਾਰ ਦੀਆਂ ਔਰਤਾਂ ਹੀ ਸਭ ਤੋਂ ਵੱਡੀਆਂ ਦੋਸ਼ੀ ਤੇ ਵਿਸ਼ਵਾਸਘਾਤੀ ਹੁੰਦੀਆਂ ਹਨ। ਸਾਧੂ ਨੇ ਗੰਭੀਰਤਾ ਨਾਲ ਕੁੱਤੇ ਦੀ ਗੱਲ ਸੁਣੀ ਤੇ ਫਿਰ ਕੁੱਤੀ ਵੱਲ ਦੇਖਿਆ। ਉਹਨਾਂ ਨੇ ਉਸ ਕੁੱਤੀ ਤੋਂ ਪੁੱਛਿਆ, ਤੇਰਾ ਕੀ ਕਹਿਣਾ ਹੈ? ਤਾਂ ਉਸਨੇ ਕਿਹਾ ਕਿ ਮਹਾਰਾਜ, ਇਹ ਗਲਤ ਕਹਿ ਰਿਹਾ ਹੈ। ਪੁਰਸ਼ ਹੀ ਸੰਸਾਰ ਦੇ ਸਭ ਤੋਂ ਜ਼ਿਆਦਾ ਦੋਸ਼ੀ ਤੇ ਵਿਸ਼ਵਾਸਘਾਤ ਕਰਨ ਵਾਲੇ ਹੁੰਦੇ ਹਨ। ਸਾਧੂ ਨੇ ਉਹਨਾਂ ਦੋਨਾਂ ਦੀਆਂ ਗੱਲਾਂ ਧਿਆਨ ਨਾਲ ਸੁਣੀਆਂ ਤੇ ਕੁਝ ਦੇਰ ਸੋਚ ਸਮਝ ਕੇ ਕਿਹਾ, ਇਹ ਵਿਵਾਦ ਤਾਂ ਹੀ ਸੁਲਝ ਸਕਦਾ ਹੈ ਜਦੋਂ ਤੁਸੀਂ ਦੋਨੋਂ ਆਪਣੀਆਂ ਆਪਣੀਆਂ ਗੱਲਾਂ ਨੂੰ ਪ੍ਰਮਾਣਿਤ ਕਰਨ ਲਈ ਕੋਈ ਉਦਾਹਰਨ ਜਾਂ ਕਹਾਣੀ ਸੁਣਾਓ। ਤਾਂ ਪਹਿਲਾ ਕੁੱਤਾ ਆਪਣੀ ਕਹਾਣੀ ਸੁਣਾਵੇਗਾ। ਸਾਧੂ ਦੀ ਗੱਲ ਸੁਣ ਕੇ ਕੁੱਤਾ ਕਹਿੰਦਾ ਹੈ, ਮਹਾਰਾਜ, ਮੈਂ ਇੱਕ ਘਟਨਾ ਸੁਣਾਉਂਦਾ ਹਾਂ ਜਿਸ ਨਾਲ ਇਹ ਸਾਬਿਤ ਹੋ ਜਾਵੇਗਾ ਕਿ ਔਰਤਾਂ ਹੀ ਪੁਰਸ਼ ਨਾਲੋਂ ਜ਼ਿਆਦਾ ਦੋਸ਼ੀ ਤੇ ਵਿਸ਼ਵਾਸਘਾਤ ਕਰਨ ਵਾਲੀਆਂ ਹੁੰਦੀਆਂ ਹਨ। ਕੁੱਤਾ ਆਪਣੀ ਗੱਲ ਸ਼ੁਰੂ ਕਰਨ ਵਾਲਾ ਹੀ ਸੀ ਕਿ ਉਦੋਂ ਹੀ ਸਾਧੂ ਦਾ ਇੱਕ ਚੇਲਾ ਉੱਥੇ ਆ ਗਿਆ। ਉਸਨੇ ਆਦਰ ਪੂਰਵਕ ਕਿਹਾ, ਗੁਰੂ ਜੀ, ਮੈਂ ਵੀ ਇਹ ਕਹਾਣੀ ਸੁਣਨੀ ਹੈ। ਮੈਂ ਵੀ ਜਾਣਨਾ ਚਾਹੁੰਦਾ ਹਾਂ ਕਿ ਸੰਸਾਰ 'ਚ ਵੱਡਾ ਦੋਸ਼ੀ ਕੌਣ ਹੈ, ਪੁਰਸ਼ ਜਾਂ ਔਰਤ? ਸਾਧੂ ਨੇ ਚੇਲੇ ਨੂੰ ਕਿਹਾ, ਠੀਕ ਹੈ, ਤੂੰ ਵੀ ਬੈਠ ਕੇ ਸੁਣ। ਹੁਣ ਕੁੱਤਾ ਆਪਣੀ ਘਟਨਾ ਦਾ ਜ਼ਿਕਰ ਕਰਦਾ ਹੈ। ਉਹ ਕਹਿੰਦਾ ਹੈ ਕਿ ਕਿਸੇ ਰਾਜ ਵਿੱਚ ਰਾਜਾ ਵੀਰ ਪ੍ਰਕਾਸ਼ ਰਾਜ ਕਰਦਾ ਸੀ। ਉਹਨਾਂ ਦੇ 4 ਪੁੱਤ ਸੀ। ਉਹ ਸਾਰੇ ਬਹੁਤ ਹੀ ਬਹਾਦਰ ਤੇ ਗੁਣਵਾਨ ਸੀ। ਪਰ ਉਹਨਾਂ ਵਿੱਚੋਂ ਸਭ ਤੋਂ ਵੱਡਾ ਪੁੱਤ ਰਾਜਕੁਮਾਰ ਅਰਜੁਨ ਸਿਰਫ ਪਰਾਕਰਮੀ ਹੀ ਨਹੀਂ ਬਲਕਿ ਬਹੁਤ ਸੋਹਣਾ ਵੀ ਸੀ। ਉਸਦੀ ਪਤਨੀ ਸਤਿਆਵਤੀ ਸੀ ਜੋ ਕਿ ਬਹੁਤ ਸੋਹਣੀ ਤੇ ਗੁਣਵਾਨ ਸੀ। ਉਹ ਆਪਣੇ ਰੂਪ ਤੇ ਬਹੁਤ ਮਾਣ ਕਰਦੀ ਸੀ ਤੇ ਮੰਨਦੀ ਸੀ ਕਿ ਉਸਦੀ ਸੁੰਦਰਤਾ ਦੇ ਅੱਗੇ ਕੋਈ ਦੂਜੀ ਔਰਤ ਸੋਹਣੀ ਨਹੀਂ ਹੋ ਸਕਦੀ। ਇੱਕ ਦਿਨ ਕਿਸੇ ਕਾਰਨ ਰਾਜਾ ਵੀਰ ਪ੍ਰਕਾਸ਼ ਆਪਣੇ ਪੁੱਤਰ ਅਰਜੁਨ ਤੋਂ ਨਾਰਾਜ਼ ਹੋ ਗਏ। ਗੁੱਸੇ 'ਚ ਉਹਨਾਂ ਨੇ ਅਰਜੁਨ ਨੂੰ ਰਾਜ ਤੋਂ ਬਾਹਰ ਜਾਣ ਦਾ ਆਦੇਸ਼ ਦੇ ਦਿੱਤਾ। ਰਾਜਾ ਦਾ ਇਹ ਹੁਕਮ ਸੁਣ ਕੇ ਮਹਿਲ ਵਿੱਚ ਸਾਰੇ ਚਿੰਤਿਤ ਹੋ ਗਏ। ਅਰਜੁਨ ਉਦਾਸ ਮਨ ਨਾਲ ਆਪਣੇ ਕਮਰੇ ਵਿੱਚ ਚਲਾ ਗਿਆ। ਜਦ ਸਤਿਆਵਤੀ ਨੇ ਅਰਜੁਨ ਨੂੰ ਉਦਾਸ ਦੇਖਿਆ ਤਾਂ ਉਹ ਪਰੇਸ਼ਾਨ ਹੋ ਗਈ। ਉਸਨੇ ਪੁੱਛਿਆ ਤਾਂ ਉਸਨੇ ਕਿਹਾ ਕਿ ਮੈਨੂੰ ਬਹੁਤ ਬੁਰਾ ਲੱਗ ਰਿਹਾ ਹੈ। ਪਿਤਾ ਜੀ ਨੇ ਮੇਰੇ ਤੇ ਗੁੱਸਾ ਕੀਤਾ ਹੈ ਤੇ ਮੈਨੂੰ ਰਾਜ ਛੱਡਣ ਦਾ ਹੁਕਮ ਦਿੱਤਾ ਹੈ। ਹੁਣ ਮੈਨੂੰ ਮਹਿਲ ਤੋਂ ਬਾਹਰ ਜਾਣਾ ਹੋਵੇਗਾ। ਇਹ ਸੁਣਦੇ ਹੀ ਸਤਿਆਵਤੀ ਘਬਰਾ ਗਈ। ਉਹ ਬੇਹੋਸ਼ ਹੋ ਕੇ ਡਿੱਗ ਪਈ। ਦਾਸੀਆਂ ਨੇ ਉਸਤੇ ਪਾਣੀ ਦੇ ਛਿੱਟੇ ਮਾਰੇ ਜਿਸ ਨਾਲ ਉਸਨੂੰ ਹੋਸ਼ ਆ ਗਿਆ। ਹੋਸ਼ ਵਿੱਚ ਆਉਂਦੇ ਹੀ ਉਸਨੇ ਅਰਜੁਨ ਦਾ ਹੱਥ ਫੜ ਲਿਆ ਤੇ ਰੋਂਦੇ ਹੋਏ ਬੋਲੀ, ਜੇਕਰ ਤੁਸੀਂ ਮੈਨੂੰ ਛੱਡ ਕੇ ਚਲੇ ਜਾਓਗੇ ਤਾਂ ਮੈਂ ਤੁਹਾਡੇ ਬਿਨਾਂ ਕਿਵੇਂ ਜਿੰਦਾ ਰਹਾਂਗੀ? ਮੈਂ ਵੀ ਤੁਹਾਡੇ ਨਾਲ ਚੱਲਾਂਗੀ। ਇਹ ਸੁਣ ਕੇ ਅਰਜੁਨ ਨੇ ਉਸਨੂੰ ਸਮਝਾਇਆ, ਤੂੰ ਮੇਰੇ ਨਾਲ ਕਿਵੇਂ ਜਾ ਸਕਦੀ ਹੈ? ਜੰਗਲ ਦੀ ਜ਼ਿੰਦਗੀ ਬਹੁਤ ਔਖੀ ਹੁੰਦੀ ਹੈ ਤੇ ਬਹੁਤ ਮੁਸ਼ਕਲਾਂ ਹੁੰਦੀਆਂ ਹਨ। ਤੂੰ ਕਦੇ ਮਹਿਲ ਤੋਂ ਬਾਹਰ ਦੇ ਦੁੱਖ ਨਹੀਂ ਦੇਖੇ। ਨਾਜ਼ੁਕ ਜ਼ਿੰਦਗੀ ਜੀਣ ਵਾਲੀ ਜੰਗਲ ਵਿੱਚ ਮੁਸ਼ਕਲਾਂ ਕਿਵੇਂ ਸਹਿਣ ਕਰ ਸਕੇਗੀ? ਪਰ ਸਤਿਆਵਤੀ ਦ੍ਰਿੜਤਾ ਨਾਲ ਕਹਿਣ ਲੱਗੀ, ਚਾਹੇ ਜਿੰਨੇ ਵੀ ਦੁੱਖ ਆ ਜਾਣ, ਉਹ ਸਭ ਤੁਹਾਡੇ ਨਾਲ ਹੁੰਦੇ ਹੋਏ ਮੈਨੂੰ ਸੁੱਖ ਹੀ ਲੱਗਣਗੇ। ਪਰ ਜੇਕਰ ਮਹਿਲ ਦੇ ਸੁੱਖ ਹੋਣ ਤੇ ਤੁਸੀਂ ਨਾ ਹੋਵੋ ਤਾਂ ਸੁੱਖ ਵੀ ਮੈਨੂੰ ਦੁੱਖ ਵਰਗੇ ਲੱਗਣਗੇ। ਇਸ ਲਈ ਮੈਂ ਵੀ ਤੁਹਾਡੇ ਨਾਲ ਚੱਲਾਂਗੀ। ਸਤਿਆਵਤੀ ਦੀ ਅੱਖਾਂ 'ਚ ਹੰਝੂ ਦੇਖ ਕੇ ਅਰਜੁਨ ਦਾ ਦਿਲ ਪਸੀਜ ਗਿਆ। ਉਸਨੇ ਸੋਚਿਆ ਕਿ ਇਹ ਮੇਰੇ ਬਿਨਾਂ ਨਹੀਂ ਰਹਿ ਸਕੇਗੀ। ਇਸ ਨੂੰ ਛੱਡ ਕੇ ਜਾਣਾ ਸਹੀ ਨਹੀਂ ਹੋਵੇਗਾ। ਫਿਰ ਉਸਨੇ ਸਤਿਆਵਤੀ ਨੂੰ ਕਿਹਾ, ਮੈਂ ਤੈਨੂੰ ਨਾਲ ਲੈ ਕੇ ਚੱਲਾਂਗਾ। ਹੁਣ ਤੂੰ ਉਦਾਸ ਨਾ ਹੋ। ਅਗਲੇ ਦਿਨ ਸਵੇਰੇ ਉਹ ਦੋਨੋਂ ਮਹਿਲ ਛੱਡ ਕੇ ਇੱਕ ਅਣਜਾਣ ਦਿਸ਼ਾ ਵੱਲ ਚੱਲ ਪਏ। ਉਹ ਇੱਕ ਸੰਘਣੇ ਜੰਗਲ ਵਿੱਚ ਪਹੁੰਚ ਗਏ। ਕਈ ਮੀਲ ਚੱਲਣ ਤੋਂ ਬਾਅਦ ਉਹ ਥੱਕ ਕੇ ਚੂਰ ਹੋ ਗਏ ਤਾਂ ਉਹਨਾਂ ਨੇ ਇੱਕ ਵਿਸ਼ਾਲ ਬੋਹੜ ਦੇ ਦਰਖਤ ਥੱਲੇ ਆਰਾਮ ਕਰਨ ਦਾ ਫੈਸਲਾ ਕੀਤਾ।
ਠੰਡੀ ਠੰਡੀ ਹਵਾ ਦੇ ਬੁੱਲਿਆਂ ਨਾਲ ਉਹਨਾਂ ਨੂੰ ਉਸੇ ਵੇਲੇ ਨੀਂਦ ਆਉਣ ਲੱਗੀ ਤੇ ਕੁਝ ਸਮਾਂ ਬਾਅਦ ਜਦੋਂ ਦੋਵੇਂ ਗੂੜੀ ਨੀਂਦ 'ਚ ਸਨ ਤਾਂ ਉੱਥੇ ਇੱਕ ਜ਼ਹਿਰੀਲਾ ਸੱਪ ਆਉਂਦਾ ਹੈ ਤੇ ਸਤਿਆਵਤੀ ਨੂੰ ਡੰਗ ਲੈਂਦਾ ਹੈ। ਸੱਪ ਦੇ ਡੰਗ ਮਾਰਦੇ ਹੀ ਸਤਿਆਵਤੀ ਤੜਪਣ ਲੱਗੀ, ਜਿਸ ਕਰਕੇ ਅਰਜੁਨ ਦੀ ਅੱਖ ਖੁੱਲ੍ਹ ਗਈ। ਉਸਨੇ ਸਤਿਆਵਤੀ ਨੂੰ ਤੜਪਦੇ ਹੋਏ ਦੇਖਿਆ ਤੇ ਨੇੜੇ ਹੀ ਸੱਪ ਨੂੰ ਜਾਂਦੇ ਹੋਏ ਦੇਖਿਆ ਤਾਂ ਅਰਜੁਨ ਡਰ ਤੇ ਚਿੰਤਾ ਨਾਲ ਭਰ ਜਾਂਦਾ ਹੈ। ਉਹ ਸਤਿਆਵਤੀ ਨੂੰ ਸੰਭਾਲਦੇ ਹੋਏ ਬਹੁਤ ਕੋਸ਼ਿਸ਼ ਕੀਤੀ, ਪਰ ਕੁਝ ਹੀ ਦੇਰ 'ਚ ਸਤਿਆਵਤੀ ਦੀ ਮੌਤ ਹੋ ਗਈ। ਸਤਿਆਵਤੀ ਦੇ ਪ੍ਰਾਣ ਤਿਆਗਣ ਤੋਂ ਬਾਅਦ ਅਰਜੁਨ ਜ਼ੋਰ-ਜ਼ੋਰ ਦੀ ਰੋਣ ਲੱਗਿਆ। ਉਸਦੇ ਮਨ ਵਿੱਚ ਇੱਕ ਹੀ ਗੱਲ ਚੱਲ ਰਹੀ ਸੀ ਕਿ ਜਦੋਂ ਮੇਰੀ ਘਰਵਾਲੀ ਹੀ ਨਹੀਂ ਰਹੀ ਤਾਂ ਮੈਂ ਜੀ ਕੇ ਕੀ ਕਰਾਂਗਾ। ਇਸ ਸੰਸਾਰ ਵਿੱਚ ਇਕੱਲੇ ਰਹਿਣ ਦਾ ਕੀ ਫਾਇਦਾ। ਮੈਂ ਵੀ ਇਸੇ ਜੰਗਲ 'ਚ ਅੱਜ ਆਪਣੇ ਪ੍ਰਾਣ ਤਿਆਗ ਦੇਵਾਂਗਾ। ਇਹ ਸੋਚ ਕੇ ਉਹ ਖੜਾ ਹੋਇਆ ਤੇ ਲੱਕੜਾਂ ਇਕੱਠੀਆਂ ਕਰਨ ਲੱਗਿਆ ਤਾਂ ਜੋ ਚਿਤਾ ਬਣਾ ਕੇ ਆਪਣੀ ਘਰਵਾਲੀ ਦੇ ਨਾਲ ਖੁਦ ਨੂੰ ਜਲਾ ਕੇ ਪ੍ਰਾਣ ਤਿਆਗ ਸਕੇ। ਲੱਕੜਾਂ ਇਕੱਠੀਆਂ ਕਰਦੇ ਹੋਏ ਉਹ ਉੱਚੀ-ਉੱਚੀ ਰੋ ਰਿਹਾ ਸੀ ਤੇ ਕਹਿ ਰਿਹਾ ਸੀ, ਹੇ ਸਤਿਆਵਤੀ, ਤੇਰੇ ਬਿਨਾਂ ਮੇਰਾ ਜੀਵਨ ਬੇਕਾਰ ਹੈ। ਮੈਂ ਤੇਰੇ ਬਿਨਾਂ ਨਹੀਂ ਰਹਿ ਸਕਦਾ। ਮੈਂ ਵੀ ਤੇਰੇ ਨਾਲ ਹੀ ਜਾਵਾਂਗਾ। ਅਰਜੁਨ ਦਾ ਵਿਰਲਾਪ ਸਵਰਗ ਤੱਕ ਪਹੁੰਚ ਜਾਂਦਾ ਹੈ। ਉਸੇ ਸਮੇਂ ਇੱਕ ਦੇਵਦੂਤ ਉਸਨੂੰ ਰੋਂਦੇ ਹੋਏ ਅਰਜੁਨ ਤੇ ਦਇਆ ਆ ਜਾਂਦੀ ਹੈ ਤੇ ਅਰਜੁਨ ਕੋਲ ਪ੍ਰਗਟ ਹੋ ਕੇ ਕਹਿੰਦੇ ਹਨ ਕਿ ਹੇ ਰਾਜਕੁਮਾਰ, ਤੂੰ ਇਸ ਤਰ੍ਹਾਂ ਕਿਉਂ ਰੋ ਰਿਹਾ ਹੈ? ਆਖਿਰ ਤੇਰਾ ਦੁੱਖ ਕੀ ਹੈ? ਅਰਜੁਨ ਨੇ ਹੰਝੂ ਭਰੀਆਂ ਅੱਖਾਂ ਨਾਲ ਕਿਹਾ, ਮਹਾਰਾਜ, ਮੇਰਾ ਦੁੱਖ ਇੰਨਾ ਵੱਡਾ ਹੈ ਕਿ ਮੈਂ ਇਸ ਨੂੰ ਬਿਆਨ ਨਹੀਂ ਕਰ ਸਕਦਾ। ਮੈਨੂੰ ਲੱਗਦਾ ਹੈ ਕਿ ਇਹ ਧਰਤੀ ਫਟ ਜਾਵੇ ਤੇ ਮੈਂ ਇਸ ਵਿੱਚ ਸਮਾ ਜਾਵਾਂ। ਦੇਵਦੂਤ ਉਸਨੂੰ ਕਹਿੰਦਾ ਹੈ ਕਿ ਤੂੰ ਮੈਨੂੰ ਦੱਸ, ਮੈਂ ਤੇਰੀ ਕੁਝ ਮਦਦ ਕਰ ਸਕਾਂ। ਅਰਜੁਨ ਨੇ ਭਾਰੀ ਮਨ ਨਾਲ ਕਿਹਾ, ਹੇ ਮਹਾਰਾਜ, ਮੈਂ ਰਾਜਾ ਵੀਰ ਪ੍ਰਕਾਸ਼ ਦਾ ਵੱਡਾ ਪੁੱਤ ਹਾਂ। ਕੁਝ ਦਿਨ ਪਹਿਲਾਂ ਮੇਰੇ ਪਿਓ ਨੇ ਮੇਰੇ ਤੇ ਗੁੱਸਾ ਕਰਕੇ ਮੈਨੂੰ ਰਾਜ ਤੋਂ ਬਾਹਰ ਜਾਣ ਦਾ ਆਦੇਸ਼ ਦੇ ਦਿੱਤਾ ਸੀ। ਇਸ ਲਈ ਮੈਂ ਆਪਣੀ ਪਤਨੀ ਸਤਿਆਵਤੀ ਨਾਲ ਇਸ ਜੰਗਲ ਵਿੱਚ ਭਟਕ ਰਿਹਾ ਸੀ। ਪਰ ਅੱਜ ਇੱਕ ਜ਼ਹਿਰੀਲੇ ਸੱਪ ਨੇ ਮੇਰੀ ਪਤਨੀ ਨੂੰ ਡੰਗ ਲਿਆ, ਜਿਸ ਨਾਲ ਉਸਦੀ ਮੌਤ ਹੋ ਗਈ। ਹੁਣ ਮੈਂ ਉਸਦੇ ਬਿਨਾਂ ਰਹਿ ਨਹੀਂ ਸਕਦਾ ਤੇ ਮੈਂ ਵੀ ਚਿਤਾ ਬਣਾ ਕੇ ਉਸਦੇ ਨਾਲ ਹੀ ਮਰ ਜਾਣਾ ਚਾਹੁੰਦਾ ਹਾਂ। ਅਰਜੁਨ ਦੀ ਗੱਲ ਸੁਣ ਕੇ ਦੇਵਦੂਤ ਨੇ ਗੰਭੀਰ ਆਵਾਜ਼ ਵਿੱਚ ਕਿਹਾ, ਬੇਟਾ, ਤੂੰ ਬੜਾ ਮੂਰਖਤਾ ਵਾਲਾ ਫੈਸਲਾ ਲੈ ਰਿਹਾ ਹੈ। ਇਹ ਸੰਸਾਰ ਇਸ ਤਰ੍ਹਾਂ ਹੈ ਕਿ ਇੱਥੇ ਸਾਰਿਆਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਹੈ। ਹਰ ਪ੍ਰਾਣੀ ਨੂੰ ਇੱਕ ਦਿਨ ਸਰੀਰ ਛੱਡਣਾ ਹੀ ਪੈਂਦਾ ਹੈ। ਤੂੰ ਇਹ ਗੱਲ ਜਾਣਦਾ ਹੈ, ਫਿਰ ਵੀ ਵਿਚਲਿਤ ਹੋ ਰਿਹਾ ਹੈ। ਫਿਰ ਦੇਵਦੂਤ ਨੇ ਸਮਝਾਉਂਦੇ ਹੋਏ ਕਿਹਾ ਕਿ ਤੈਨੂੰ ਜਿੰਦਾ ਰਹਿਣਾ ਚਾਹੀਦਾ ਹੈ। ਜੇਕਰ ਤੂੰ ਜਿੰਦਾ ਰਹੇਗਾ ਤਾਂ ਤੇਰੇ ਸਾਹਮਣੇ ਬਹੁਤ ਸਾਰੇ ਨਵੇਂ ਮੌਕੇ ਆਉਣਗੇ। ਇਸ ਸੰਸਾਰ 'ਚ ਬਹੁਤ ਕੁਝ ਦੇਖਣ ਨੂੰ ਮਿਲੇਗਾ। ਦੇਵਤਾ ਵੀ ਮਾਨਵ ਸਰੀਰ ਪਾਉਣ ਨੂੰ ਤਰਸਦੇ ਹਨ ਤੇ ਤੂੰ ਉਸਨੂੰ ਬੇਕਾਰ ਹੀ ਨਸ਼ਟ ਕਰ ਰਿਹਾ ਹੈ। ਅਰਜੁਨ ਨੇ ਦੇਵਦੂਤ ਦੀ ਗੱਲ ਸੁਣ ਕੇ ਕਿਹਾ, ਹੇ ਪ੍ਰਭੂ, ਤੁਸੀਂ ਜੋ ਕੁਝ ਕਿਹਾ ਉਹ ਸੱਚ ਹੈ, ਪਰ ਇਹੋ ਜਿਹੀ ਪਤੀਵ੍ਰਤਾ ਪਤਨੀ ਮੈਨੂੰ ਕਿਸੇ ਜਨਮ 'ਚ ਨਹੀਂ ਮਿਲੇਗੀ। ਇਹ ਮੇਰੇ ਬਿਨਾਂ ਨਹੀਂ ਰਹਿ ਸਕਦੀ ਸੀ, ਇਸ ਲਈ ਮੈਂ ਵੀ ਇਸਦੇ ਬਿਨਾਂ ਨਹੀਂ ਰਹਿ ਸਕਦਾ। ਮੈਂ ਹਰ ਹਾਲ ਉਸਦੇ ਨਾਲ ਹੀ ਜੀਵਾਂਗਾ। ਇਹ ਸੁਣ ਕੇ ਦੇਵਦੂਤ ਨੇ ਸੋਚਿਆ ਕਿ ਅਰਜੁਨ ਆਪਣੀ ਪਤਨੀ ਦੇ ਬਿਨਾਂ ਨਹੀਂ ਜੀ ਸਕੇਗਾ। ਇਸ ਲਈ ਉਸਨੇ ਕਿਹਾ, ਹੇ ਰਾਜਕੁਮਾਰ, ਜੇਕਰ ਤੂੰ ਆਪਣੀ ਪਤਨੀ ਨੂੰ ਜਿੰਦਾ ਦੇਖਣਾ ਚਾਹੁੰਦਾ ਹੈ ਤਾਂ ਇੱਕ ਉਪਾਅ ਕਰ। ਜੇਕਰ ਤੂੰ ਉਸਨੂੰ ਕਰਨ ਲਈ ਤਿਆਰ ਹੋ ਜਾਵੇਂ ਤਾਂ ਮੈਂ ਤੇਰੀ ਪਤਨੀ ਨੂੰ ਜੀਵਨ ਦਾਨ ਦੇ ਸਕਦਾ ਹਾਂ। ਇਹ ਸੁਣ ਕੇ ਅਰਜੁਨ ਨੇ ਕਿਹਾ, ਦੇਵਦੂਤ, ਤੁਸੀਂ ਜੋ ਕਹੋਗੇ ਮੈਂ ਕਰਨ ਲਈ ਤਿਆਰ ਹਾਂ। ਬਸ ਮੇਰੀ ਪਤਨੀ ਨੂੰ ਦੁਬਾਰਾ ਜਿੰਦਾ ਕਰ ਦਿਓ। ਦੇਵਦੂਤ ਨੇ ਕਿਹਾ, ਰਾਜਕੁਮਾਰ, ਤੇਰੀ ਪਤਨੀ ਦੀ ਉਮਰ 30 ਸਾਲ ਦੀ ਸੀ, ਜੋ ਉਸਨੇ ਪੂਰੀ ਕਰ ਦਿੱਤੀ। ਹੁਣ ਤੇਰੇ ਕੋਲ ਜ਼ਿੰਦਗੀ ਦੇ 40 ਸਾਲ ਹੋਰ ਬਚੇ ਹਨ। ਜੇਕਰ ਤੂੰ ਆਪਣੀ ਬਚੀ ਹੋਈ ਉਮਰ ਵਿੱਚੋਂ 20 ਸਾਲ ਆਪਣੀ ਪਤਨੀ ਨੂੰ ਦੇ ਦੇਵੇਂ ਤਾਂ ਤੁਹਾਡੇ ਦੋਵਾਂ ਦੀ ਉਮਰ ਬਰਾਬਰ ਹੋ ਜਾਵੇਗੀ ਤੇ ਉਹ ਜਿੰਦਾ ਹੋ ਜਾਵੇਗੀ। ਪਰ ਇਹ ਤੇਰੇ ਉੱਪਰ ਨਿਰਭਰ ਹੈ ਕਿ ਤੂੰ ਇਹ ਤਿਆਗ ਕਰਨ ਲਈ ਤਿਆਰ ਹੈ ਜਾਂ ਨਹੀਂ। ਅਰਜੁਨ ਨੇ ਬਿਨਾਂ ਕਿਸੇ ਸੰਕੋਚ ਦੇ ਕਿਹਾ, ਮਹਾਰਾਜ, ਮੈਨੂੰ ਇਹ ਸਵੀਕਾਰ ਹੈ। ਇਹ ਸੁਣ ਕੇ ਦੇਵਦੂਤ ਨੇ ਇੱਕ ਭਾਂਡੇ ਵਿੱਚੋਂ ਪਾਣੀ ਭਰ ਕੇ ਅਰਜੁਨ ਨੂੰ ਦੇ ਦਿੱਤਾ ਤੇ ਇਸ ਪਾਣੀ ਨੂੰ ਸਤਿਆਵਤੀ ਦੇ ਪੈਰਾਂ ਤੇ ਪਾਉਣ ਨੂੰ ਕਿਹਾ। ਪਰ ਧਿਆਨ ਰਹੇ, ਤੈਨੂੰ ਇਹ ਗੱਲ ਸਮਝਣੀ ਹੋਵੇਗੀ, ਜੇਕਰ ਭਵਿੱਖ 'ਚ ਕਦੇ ਇਸ ਤਰ੍ਹਾਂ ਦਾ ਸਮਾਂ ਆਵੇ ਕਿ ਤੈਨੂੰ ਆਪਣੀ ਪਤਨੀ ਦੀ ਜ਼ਰੂਰਤ ਨਾ ਹੋਵੇ ਤਾਂ ਤੂੰ ਇਹ ਸੰਕਲਪ ਵਾਪਸ ਲੈ ਸਕਦਾ ਹੈ। ਪਰ ਇਹ ਗੱਲ ਆਪਣੀ ਘਰਵਾਲੀ ਨੂੰ ਕਦੇ ਨਾ ਦੱਸੀ। ਜੇਕਰ ਇਹ ਗੱਲ ਉਹ ਜਾਣ ਗਈ ਤਾਂ ਤੂੰ ਆਪਣਾ ਸੰਕਲਪ ਵਾਪਸ ਨਹੀਂ ਲੈ ਸਕੇਗਾ। ਦੇਵਦੂਤ ਨੇ ਚੇਤਾਵਨੀ ਦਿੱਤੀ ਕਿ ਜ਼ਿੰਦਗੀ ਵਿੱਚ ਕੁਝ ਗੱਲਾਂ ਹਮੇਸ਼ਾ ਗੁਪਤ ਰੱਖਣੀਆਂ ਚਾਹੀਦੀਆਂ ਹਨ। ਕਦੇ-ਕਦੇ ਇਹ ਗੱਲਾਂ ਮੁਸ਼ਕਿਲ ਸਮੇਂ ਤੋਂ ਬਚਾ ਸਕਦੀਆਂ ਹਨ।
ਦੋਸਤੋ, ਦੇਵਦੂਤ ਦੀ ਗੱਲ ਸੁਣ ਕੇ ਅਰਜੁਨ ਨੇ ਪਾਣੀ ਲੈ ਕੇ ਸਤਿਆਵਤੀ ਦੇ ਪੈਰਾਂ ਤੇ ਪਾਉਣ ਦਾ ਸੰਕਲਪ ਕੀਤਾ। ਜਿਵੇਂ ਹੀ ਉਸਨੇ ਪਾਣੀ ਸਤਿਆਵਤੀ ਦੇ ਪੈਰਾਂ ਤੇ ਪਾਇਆ ਤਾਂ ਉਸਦੀਆਂ ਅੱਖਾਂ ਖੁੱਲ ਗਈਆਂ। ਉਹ ਜਿੰਦਾ ਹੋ ਗਈ। ਅਰਜੁਨ ਨੇ ਉਸਨੂੰ ਸੰਭਾਲਿਆ ਤੇ ਕਿਹਾ, ਤੂੰ ਬਹੁਤ ਥੱਕ ਗਈ ਸੀ, ਇਸ ਲਈ ਗੂੜੀ ਨੀਂਦ ਵਿੱਚ ਚਲੀ ਗਈ ਸੀ। ਮੈਂ ਤੈਨੂੰ ਨਹੀਂ ਜਗਾਇਆ। ਅਰਜੁਨ ਨੇ ਸਾਰੀ ਗੱਲ ਸਤਿਆਵਤੀ ਤੋਂ ਲੁਕੋ ਲਈ ਕਿ ਸੱਪ ਦੇ ਡੰਗਣ ਨਾਲ ਉਹ ਮਰ ਗਈ ਸੀ। ਉਸਨੇ ਇਹ ਵੀ ਨਹੀਂ ਦੱਸਿਆ ਕਿ ਉਸਨੇ ਆਪਣੀ ਅੱਧੀ ਉਮਰ ਦੇ ਕੇ ਉਸਨੂੰ ਜੀਵਨ ਦਾਨ ਦਿੱਤਾ ਹੈ। ਅਰਜੁਨ ਤੇ ਸਤਿਆਵਤੀ ਕਈ ਦਿਨਾਂ ਤੱਕ ਜੰਗਲਾਂ ਵਿੱਚ ਭਟਕਦੇ ਰਹੇ। ਥਕਾਵਟ ਕਰਕੇ ਉਹਨਾਂ ਦੀ ਹਾਲਤ ਖਰਾਬ ਹੋ ਗਈ। ਇੱਕ ਦਿਨ ਚੱਲਦੇ ਚੱਲਦੇ ਉਹਨਾਂ ਨੂੰ ਇੱਕ ਸੋਹਣੀ ਜਗ੍ਹਾ ਦਿਖਾਈ ਦਿੱਤੀ, ਜਿੱਥੇ ਇੱਕ ਮਹਾਤਮਾ ਦੀ ਕੁਟੀਆ ਸੀ। ਉਹ ਜਗ੍ਹਾ ਬਹੁਤ ਹੀ ਸ਼ਾਂਤ ਤੇ ਸੋਹਣੀ ਸੀ। ਜਦੋਂ ਉੱਥੇ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਕਿ ਕੁਟੀਆ ਦੇ ਨੇੜੇ ਇੱਕ ਸੋਹਣਾ ਜਵਾਨ ਮਹਾਤਮਾ ਧਿਆਨ 'ਚ ਮਗਨ ਬੈਠਾ ਹੈ। ਅਰਜੁਨ ਤੇ ਸਤਿਆਵਤੀ ਬਹੁਤ ਜ਼ਿਆਦਾ ਥਕੇ ਹੋਏ ਸੀ, ਇਸ ਲਈ ਉਹ ਮਹਾਤਮਾ ਦੇ ਕੋਲ ਜਾ ਕੇ ਬੈਠ ਗਏ। ਥੋੜੀ ਦੇਰ ਬਾਅਦ ਅਰਜੁਨ ਨੇ ਸਤਿਆਵਤੀ ਨੂੰ ਕਿਹਾ ਕਿ ਮੈਨੂੰ ਬਹੁਤ ਪਿਆਸ ਲੱਗ ਰਹੀ ਹੈ, ਮੈਂ ਖੂਹ ਤੋਂ ਪਾਣੀ ਪੀ ਕੇ ਆਉਂਦਾ ਹਾਂ। ਜੇਕਰ ਤੈਨੂੰ ਵੀ ਪਿਆਸ ਲੱਗੀ ਹੈ ਤਾਂ ਤੇਰੇ ਲਈ ਵੀ ਪਾਣੀ ਲੈ ਆਉਂਦਾ ਹਾਂ। ਸਤਿਆਵਤੀ ਨੇ ਅਣਮੰਨੇ ਮਨ ਨਾਲ ਕਿਹਾ, ਮੈਨੂੰ ਪਿਆਸ ਨਹੀਂ ਲੱਗੀ, ਤੁਸੀਂ ਜਾਓ ਤੇ ਪਾਣੀ ਪੀਓ। ਅਰਜੁਨ ਇੱਕ ਰੱਸੀ ਲੈ ਕੇ ਖੂਹ ਵੱਲ ਚੱਲ ਪਿਆ। ਉਧਰ ਸਤਿਆਵਤੀ ਨੇ ਮਹਾਤਮਾ ਵੱਲ ਦੇਖਿਆ। ਮਹਾਤਮਾ ਦਾ ਰੂਪ ਦੇਖ ਕੇ ਉਸ ਵੱਲ ਆਕਰਸ਼ਿਤ ਹੋ ਗਈ। ਉਹ ਸੋਚਣ ਲੱਗ ਗਈ ਕਿ ਮਹਾਤਮਾ ਕਿੰਨਾ ਸੋਹਣਾ ਹੈ, ਇਹ ਕਿੰਨਾ ਸੁਖੀ ਜੀਵਨ ਜੀ ਰਿਹਾ ਹੈ। ਸਤਿਆਵਤੀ ਨੇ ਮਹਾਤਮਾ ਨੂੰ ਕਿਹਾ, ਮਹਾਤਮਾ ਜੀ, ਤੁਸੀਂ ਇੱਥੇ ਇਕੱਲੇ ਰਹਿੰਦੇ ਹੋ ਪਰ ਫਿਰ ਵੀ ਇੰਨੇ ਖੁਸ਼ ਤੇ ਸ਼ਾਂਤ ਲੱਗਦੇ ਹੋ, ਕੀ ਮੈਂ ਵੀ ਤੁਹਾਡੇ ਨਾਲ ਇੱਥੇ ਰਹਿ ਸਕਦੀ ਹਾਂ? ਮਹਾਤਮਾ ਨੇ ਕਿਹਾ, ਇਹ ਸੰਭਵ ਹੈ, ਪਰ ਤੇਰਾ ਪਤੀ ਤੇਰੇ ਨਾਲ ਹੈ, ਉਹਨਾਂ ਦੇ ਰਹਿੰਦੇ ਤੈਨੂੰ ਇੱਥੇ ਕਿਵੇਂ ਰੱਖ ਸਕਦਾ ਹਾਂ? ਇਹ ਸੁਣ ਕੇ ਸਤਿਆਵਤੀ ਨੇ ਮਹਾਤਮਾ ਦੇ ਸਾਹਮਣੇ ਆਪਣੇ ਮਨ ਦੀ ਗੱਲ ਪ੍ਰਗਟ ਕਰ ਦਿੱਤੀ। ਮਹਾਤਮਾ ਨੇ ਕੁਝ ਦੇਰ ਸੋਚਿਆ ਤੇ ਫਿਰ ਬੋਲਿਆ, ਜੇਕਰ ਤੂੰ ਸੱਚ ਵਿੱਚ ਮੇਰੇ ਨਾਲ ਰਹਿਣਾ ਚਾਹੁੰਦੀ ਹੈ ਤਾਂ ਤੈਨੂੰ ਆਪਣੇ ਪਤੀ ਨੂੰ ਇੱਥੋਂ ਹਟਾਉਣਾ ਹੋਵੇਗਾ। ਇੱਕ ਉਪਾਅ ਹੈ, ਜਦ ਉਹ ਖੂਹ ਤੇ ਪਾਣੀ ਭਰਨ ਜਾਵੇ ਤਾਂ ਤੂੰ ਉਸਨੂੰ ਧੱਕਾ ਦੇ ਕੇ ਖੂਹ 'ਚ ਡੇਗ ਦੇਵੀਂ। ਉਸ ਤੋਂ ਬਾਅਦ ਅਸੀਂ ਦੇਖ ਲਵਾਂਗੇ ਕਿ ਕੀ ਕਰਨਾ ਹੈ। ਸਤਿਆਵਤੀ ਨੇ ਹਾਮੀ ਭਰ ਦਿੱਤੀ ਤੇ ਕਿਹਾ, ਠੀਕ ਹੈ, ਮੈਂ ਇਸ ਤਰ੍ਹਾਂ ਹੀ ਕਰਾਂਗੀ। ਉਧਰ ਅਰਜੁਨ ਖੂਹ ਤੇ ਪਾਣੀ ਪੀ ਕੇ ਵਾਪਸ ਆ ਜਾਂਦਾ ਹੈ। ਸਤਿਆਵਤੀ ਨੇ ਉਸਨੂੰ ਦੇਖ ਕੇ ਕਿਹਾ, ਹੁਣ ਮੈਨੂੰ ਵੀ ਪਿਆਸ ਲੱਗ ਰਹੀ ਹੈ, ਚਲੋ ਮੈਨੂੰ ਵੀ ਪਾਣੀ ਪਿਆ ਲਿਆਓ। ਅਰਜੁਨ ਇਹ ਨਹੀਂ ਜਾਣਦਾ ਸੀ ਕਿ ਉਸਦੀ ਚਹੇਤੀ ਪਤਨੀ, ਜਿਸਨੂੰ ਉਹ ਬਹੁਤ ਪਿਆਰ ਕਰਦਾ ਸੀ, ਉਸਦੇ ਪ੍ਰਾਣ ਲੈਣ ਦੀ ਸਾਜ਼ਿਸ਼ ਰਚ ਚੁੱਕੀ ਹੈ। ਸਤਿਆਵਤੀ ਨੇ ਬੜੀ ਚਲਾਕੀ ਦੇ ਨਾਲ ਅਰਜੁਨ ਨੂੰ ਕਿਹਾ, ਮੈਂ ਵੀ ਤੁਹਾਡੇ ਨਾਲ ਚੱਲਦੀ ਹਾਂ। ਅਰਜੁਨ, ਜੋ ਆਪਣੀ ਪਤਨੀ ਨੂੰ ਬਹੁਤ ਪਿਆਰ ਕਰਦਾ ਸੀ, ਉਸਦੇ ਮਨ 'ਚ ਕੋਈ ਸ਼ੰਕਾ ਨਹੀਂ ਸੀ ਕਿ ਉਹ ਉਸਨੂੰ ਨਾਲ ਲੈ ਕੇ ਖੂਹ ਵੱਲ ਚੱਲ ਪਿਆ। ਜਦੋਂ ਦੋਨੋਂ ਖੂਹ ਤੇ ਪਹੁੰਚੇ ਤਾਂ ਅਰਜੁਨ ਪਾਣੀ ਭਰਨ ਦੀ ਬਾਲਟੀ ਖੂਹ ਵਿੱਚ ਪਾਉਣ ਲੱਗਿਆ ਤਾਂ ਸਤਿਆਵਤੀ ਨੇ ਬਿਨਾਂ ਕਿਸੇ ਝਿਜਕ ਦੇ ਅਰਜੁਨ ਨੂੰ ਜ਼ੋਰ ਦੀ ਧੱਕਾ ਦੇ ਦਿੱਤਾ ਤੇ ਅਰਜੁਨ ਖੂਹ ਵਿੱਚ ਡਿੱਗ ਗਿਆ ਤੇ ਸਤਿਆਵਤੀ ਤੇਜ਼ੀ ਨਾਲ ਮਹਾਤਮਾ ਕੋਲ ਆਈ। ਮਹਾਤਮਾ ਨੇ ਸਤਿਆਵਤੀ ਨੂੰ ਆਪਣੇ ਨਾਲ ਰੱਖ ਲਿਆ ਤੇ ਇੱਕ ਦੂਜੇ ਰਾਜ ਵਿੱਚ ਜਾ ਕੇ ਵੱਸ ਗਏ। ਉੱਥੇ ਉਹਨਾਂ ਨੇ ਮਿਲ ਕੇ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ। ਮਹਾਤਮਾ ਨੇ ਸਤਿਆਵਤੀ ਨੂੰ ਨ੍ਰਿਤ ਤੇ ਸੰਗੀਤ ਸਿਖਾਇਆ। ਹੌਲੀ ਹੌਲੀ ਸਤਿਆਵਤੀ ਇੱਕ ਪ੍ਰਸਿੱਧ ਨਰਤਕੀ ਬਣ ਗਈ। ਉਸਦੀ ਕਲਾ ਪੂਰੇ ਨਗਰ ਵਿੱਚ ਚਰਚਾ ਦਾ ਵਿਸ਼ਾ ਬਣ ਗਈ। ਲੋਕ ਉਸਦੀ ਸੁਰੀਲੀ ਆਵਾਜ਼ ਤੇ ਨਾਚ ਦੇ ਦੀਵਾਨੇ ਹੋ ਗਏ। ਸਤਿਆਵਤੀ ਤੇ ਮਹਾਤਮਾ ਨੂੰ ਇਸ ਨਾਲ ਕਾਫੀ ਧਨ ਮਿਲਣ ਲੱਗਿਆ। ਹੁਣ ਸਤਿਆਵਤੀ ਮਹਾਤਮਾ ਦੇ ਨਾਲ ਖੁਸ਼ੀ-ਖੁਸ਼ੀ ਜ਼ਿੰਦਗੀ ਬਿਤਾਉਣ ਲੱਗੀ। ਉਸਨੂੰ ਨਾ ਤਾਂ ਅਰਜੁਨ ਦੀ ਯਾਦ ਆਈ ਤੇ ਨਾ ਹੀ ਆਪਣੇ ਕੀਤੇ ਹੋਏ ਵਿਸ਼ਵਾਸਘਾਤ ਤੇ ਕੋਈ ਪਛਤਾਵਾ ਹੋਇਆ। ਇੱਧਰ ਜਦ ਸਤਿਆਵਤੀ ਨੇ ਅਰਜੁਨ ਨੂੰ ਖੂਹ ਵਿੱਚ ਡੇਗ ਦਿੱਤਾ ਸੀ ਤਾਂ ਸੰਜੋਗਵਸ਼ ਅਰਜੁਨ ਨੇ ਖੂਹ 'ਚ ਲਟਕੀ ਇੱਕ ਜੰਜੀਰ ਨੂੰ ਫੜ ਲਿਆ ਸੀ ਤੇ ਉਹ ਜੰਜੀਰ ਦੇ ਸਹਾਰੇ ਖੂਹ 'ਚ ਲਟਕਿਆ ਰਿਹਾ ਤੇ ਪਾਣੀ ਵਿੱਚ ਡਿੱਗਣ ਤੋਂ ਬਚ ਗਿਆ। ਪਰ ਉਹ ਬਹੁਤ ਪਰੇਸ਼ਾਨ ਸੀ। ਖੂਹ ਵਿੱਚ ਲਟਕੇ ਹੋਏ ਅਰਜੁਨ ਨੇ ਆਪਣੇ ਆਪ ਨੂੰ ਕਿਹਾ ਕਿ ਇਹ ਮੇਰੇ ਪਿਆਰ ਦਾ ਨਤੀਜਾ ਹੈ। ਮੈਂ ਜਿਸਨੂੰ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਸਹਾਰਾ ਮੰਨਿਆ, ਉਸਨੇ ਮੇਰੇ ਨਾਲ ਵਿਸ਼ਵਾਸਘਾਤ ਕੀਤਾ। ਦੋਸਤੋ, ਉਸਨੇ ਭਗਵਾਨ ਨੂੰ ਯਾਦ ਕੀਤਾ ਤੇ ਮਨ ਹੀ ਮਨ ਪ੍ਰਾਰਥਨਾ ਕਰਨ ਲੱਗਿਆ ਕਿ ਹੇ ਭਗਵਾਨ, ਮੈਨੂੰ ਇਸ ਔਖੀ ਘੜੀ ਤੋਂ ਬਚਾਓ। ਕੁਝ ਸਮੇਂ ਬਾਅਦ ਉੱਥੋਂ ਇੱਕ ਵਣਜਾਰਿਆਂ ਦਾ ਕਾਫਲਾ ਲੰਘਿਆ। ਇੱਕ ਵਣਜਾਰਾ ਪਾਣੀ ਭਰਨ ਲਈ ਖੂਹ ਵਿੱਚ ਬਾਲਟੀ ਪਾਉਂਦਾ ਹੈ। ਅਰਜੁਨ ਨੇ ਮੌਕਾ ਦੇ ਕੇ ਬਾਲਟੀ ਨੂੰ ਫੜ ਲਿਆ। ਵਣਜਾਰੇ ਨੇ ਹੈਰਾਨੀ ਨਾਲ ਪੁੱਛਿਆ, ਕੌਣ ਹੈ ਤੂੰ ਤੇ ਇੱਥੇ ਕਿਵੇਂ ਪਹੁੰਚਿਆ? ਅਰਜੁਨ ਨੇ ਰੋਂਦੇ ਹੋਏ ਕਿਹਾ, ਭਰਾਵਾ,
ਮੈਂ ਇੱਕ ਯਾਤਰੀ ਹਾਂ, ਕਿਰਪਾ ਕਰਕੇ ਮੇਰੀ ਮਦਦ ਕਰ, ਮੈਨੂੰ ਇਸ ਖੂਹ ਤੋਂ ਬਾਹਰ ਕੱਢ। ਮੈਂ ਸਾਰੀ ਉਮਰ ਤੇਰਾ ਅਹਿਸਾਨਮੰਦ ਰਹਾਂਗਾ। ਵਣਜਾਰੇ ਨੂੰ ਉਸਤੇ ਦਇਆ ਆ ਜਾਂਦੀ ਹੈ। ਉਸਨੇ ਦੂਜੇ ਵਣਜਾਰਿਆਂ ਨੂੰ ਬੁਲਾਇਆ ਤੇ ਮਿਲ ਕੇ ਅਰਜੁਨ ਨੂੰ ਖੂਹ ਤੋਂ ਬਾਹਰ ਕੱਢਿਆ। ਜਦ ਵਣਜਾਰੇ ਨੇ ਅਰਜੁਨ ਨੂੰ ਖੂਹ ਤੋਂ ਬਾਹਰ ਕੱਢਿਆ ਤਾਂ ਉਸਨੇ ਪੁੱਛਿਆ, ਭਰਾਵਾ ਤੂੰ ਕੌਣ ਹੈ? ਇਸ ਖੂਹ 'ਚ ਕਿਵੇਂ ਡਿੱਗ ਗਿਆ? ਤੇਰੇ ਨਾਲ ਕੀ ਘਟਨਾ ਵਾਪਰੀ? ਅਰਜੁਨ ਨੇ ਲੰਬਾ ਸਾਹ ਲੈਂਦੇ ਹੋਏ ਕਿਹਾ, ਭਰਾਵਾ ਮੇਰਾ ਹਾਲ ਬਹੁਤ ਦੁਖਦ ਹੈ। ਮੇਰੇ ਉੱਪਰ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਆਈਆਂ ਜੋ ਭਗਵਾਨ ਕਿਸੇ ਤੇ ਨਾ ਲਿਆਵੇ। ਫਿਰ ਅਰਜੁਨ ਨੇ ਆਪਣੀ ਪੂਰੀ ਕਹਾਣੀ ਸੁਣਾ ਦਿੱਤੀ। ਉਸ ਤੋਂ ਬਾਅਦ ਅਰਜੁਨ ਵਣਜਾਰਿਆਂ ਨਾਲ ਆ ਕੇ ਉਹਨਾਂ ਦੇ ਪਿੰਡ ਵਿੱਚ ਰਹਿਣ ਲੱਗਿਆ। ਉੱਥੇ ਉਸਨੂੰ ਇੱਕ ਸੇਠ ਕੋਲ ਮਹਿੰਗੀ ਨੌਕਰੀ ਮਿਲ ਗਈ। ਅਰਜੁਨ ਆਪਣੀ ਜ਼ਿੰਮੇਵਾਰੀ ਚੰਗੀ ਤਰ੍ਹਾਂ ਨਿਭਾਉਣ ਲੱਗਿਆ ਤੇ ਹੌਲੀ-ਹੌਲੀ ਸੇਠ ਦਾ ਵਿਸ਼ਵਾਸ ਪਾਤਰ ਬਣ ਗਿਆ। ਇੱਕ ਦਿਨ ਪਿੰਡ ਦੇ ਸਾਰੇ ਵਪਾਰੀ ਤੇ ਸੇਠ ਸ਼ਹਿਰ ਦੇ ਰਾਜਾ ਦੇ ਦਰਬਾਰ ਵਿੱਚ ਜਾਣ ਦੀ ਤਿਆਰੀ ਕਰ ਰਹੇ ਸੀ। ਦਰਬਾਰ ਵਿੱਚ ਇੱਕ ਪ੍ਰਸਿੱਧ ਨਰਤਕੀ ਦੇ ਨਾਚ ਗਾਉਣ ਦਾ ਆਯੋਜਨ ਕੀਤਾ। ਅਰਜੁਨ ਨੇ ਵੀ ਉਸ ਨਰਤਕੀ ਬਾਰੇ ਸੁਣਿਆ ਹੋਇਆ ਸੀ। ਉਸਨੇ ਸੋਚਿਆ, ਚਲੋ ਮੈਂ ਵੀ ਉਸਦਾ ਨਾਚ ਦੇਖਣ ਚੱਲਦਾ ਹਾਂ। ਇਸ ਤਰ੍ਹਾਂ ਅਰਜੁਨ ਸੇਠ ਦੇ ਨਾਲ ਰਾਜਾ ਦੇ ਦਰਬਾਰ ਵਿੱਚ ਪਹੁੰਚ ਜਾਂਦਾ ਹੈ। ਦਰਬਾਰ ਵਿੱਚ ਸੋਹਣੀ ਔਰਤ ਨੇ ਅਸਰਾ ਦੀ ਤਰ੍ਹਾਂ ਨਾਚ ਕਰਨਾ ਸ਼ੁਰੂ ਕੀਤਾ ਤੇ ਆਪਣੀ ਸੁਰੀਲੀ ਆਵਾਜ਼ ਨਾਲ ਰਾਗ ਗਾਏ। ਉਸਦੇ ਗਾਇਨ ਤੇ ਨਾਚ ਨੂੰ ਦੇਖ ਕੇ ਸਾਰੇ ਹੈਰਾਨੀ ਵਿੱਚ ਪੈ ਗਏ। ਰਾਜਾ ਤੋਂ ਲੈ ਕੇ ਦਰਬਾਰ ਵਿੱਚ ਬੈਠੇ ਹਰ ਵਿਅਕਤੀ ਨੇ ਉਸਦੀ ਪ੍ਰਸ਼ੰਸਾ ਕਰਨੀ ਸ਼ੁਰੂ ਕੀਤੀ ਤੇ ਉਸਨੂੰ ਢੇਰ ਸਾਰੇ ਉਪਹਾਰ ਦਿੱਤੇ। ਅਰਜੁਨ ਨੇ ਜਦ ਧਿਆਨ ਨਾਲ ਦੇਖਿਆ ਤਾਂ ਉਹ ਹੈਰਾਨ ਰਹਿ ਜਾਂਦਾ ਹੈ, ਕਿਉਂਕਿ ਉਹ ਔਰਤ ਕੋਈ ਹੋਰ ਨਹੀਂ ਸੀ, ਸਗੋਂ ਉਸਦੀ ਪਤਨੀ ਸਤਿਆਵਤੀ ਸੀ, ਜੋ ਉਸਨੂੰ ਧੋਖਾ ਦੇ ਕੇ ਆਈ ਸੀ। ਅਰਜੁਨ ਨੇ ਆਪਣੀ ਉਂਗਲ ਵਿੱਚ ਪਾਈ ਹੋਈ ਉਹ ਹੀਰਿਆਂ ਨਾਲ ਜੁੜੀ ਅੰਗੂਠੀ ਉਤਾਰੀ ਤੇ ਸਤਿਆਵਤੀ ਵੱਲ ਉਛਾਲ ਕੇ ਸੁੱਟ ਦਿੱਤੀ। ਸਤਿਆਵਤੀ ਨੇ ਜਿਵੇਂ ਹੀ ਅੰਗੂਠੀ ਦੇਖੀ, ਉਹ ਪਛਾਣ ਗਈ ਕਿ ਅਰਜੁਨ ਜਿੰਦਾ ਹੈ ਤੇ ਦਰਬਾਰ ਵਿੱਚ ਹੈ। ਉਸਨੂੰ ਬੜੀ ਹੈਰਾਨੀ ਹੋਈ ਤੇ ਮਨ ਹੀ ਮਨ ਸੋਚਿਆ, ਇਹ ਤਾਂ ਬਹੁਤ ਵੱਡੀ ਮੁਸ਼ਕਲ ਹੈ। ਹੁਣ ਅਰਜੁਨ ਮੈਨੂੰ ਛੱਡਣ ਵਾਲਾ ਨਹੀਂ ਹੈ। ਮੈਨੂੰ ਕੁਝ ਇਸ ਤਰ੍ਹਾਂ ਦਾ ਕਰਨਾ ਹੋਵੇਗਾ ਕਿ ਉਹ ਮਾਰਿਆ ਜਾਵੇ। ਸਤਿਆਵਤੀ ਨੇ ਮਨ ਹੀ ਮਨ ਯੋਜਨਾ ਬਣਾਈ। ਉਸਨੇ ਫੈਸਲਾ ਕੀਤਾ ਕਿ ਰਾਜਾ ਨੂੰ ਖੁਸ਼ ਕਰਕੇ ਅਰਜੁਨ ਨੂੰ ਮਰਵਾਉਣ ਦਾ ਉਪਾਅ ਕਰਾਂਗੀ। ਇਸ ਤੋਂ ਬਾਅਦ ਸਤਿਆਵਤੀ ਨੇ ਇੱਕ ਮਧੁਰ ਗੀਤ ਗਾਇਆ ਤੇ ਬਹੁਤ ਸੋਹਣਾ ਨਾਚ ਪੇਸ਼ ਕੀਤਾ। ਉਸਦਾ ਨਾਚ ਇੰਨਾ ਮਨਮੋਹਕ ਸੀ ਕਿ ਰਾਜਾ ਬਹੁਤ ਖੁਸ਼ ਹੋ ਗਿਆ। ਰਾਜਾ ਨੇ ਕਿਹਾ, ਮੈਂ ਤੇਰੇ ਤੇ ਬਹੁਤ ਖੁਸ਼ ਹਾਂ। ਤੂੰ ਜੋ ਕੁਝ ਵੀ ਮੰਗੇਂਗੀ ਮੈਂ ਤੈਨੂੰ ਦਵਾਂਗਾ। ਸਤਿਆਵਤੀ ਨੇ ਨਿਮਰਤਾ ਨਾਲ ਕਿਹਾ, ਮਹਾਰਾਜ ਜੇਕਰ ਤੁਸੀਂ ਮੇਰੇ ਤੇ ਖੁਸ਼ ਹੋ ਤਾਂ ਮੈਨੂੰ ਵਚਨ ਦਿਓ ਕਿ ਤੁਸੀਂ ਮੇਰੀ ਗੱਲ ਮੰਨੋਗੇ। ਰਾਜਾ ਨੇ ਵਚਨ ਦਿੱਤਾ, ਤੂੰ ਜੋ ਵੀ ਮੰਗੇਂਗੀ ਮੈਂ ਦਵਾਂਗਾ। ਸਤਿਆਵਤੀ ਨੇ ਕਿਹਾ ਕਿ ਮਹਾਰਾਜ ਇਸ ਸਭਾ ਵਿੱਚ ਇੱਕ ਚੋਰ ਲੁਕਿਆ ਹੋਇਆ ਹੈ। ਮੈਂ ਚਾਹੁੰਦੀ ਹਾਂ ਕਿ ਉਸਨੂੰ ਇਸੇ ਸਮੇਂ ਫਾਂਸੀ ਤੇ ਚੜਾ ਦਿੱਤਾ ਜਾਵੇ। ਰਾਜਾ ਨੇ ਕਿਹਾ, ਤੂੰ ਉਸ ਚੋਰ ਨੂੰ ਮੇਰੇ ਸਾਹਮਣੇ ਲਿਆ। ਸਤਿਆਵਤੀ ਨੇ ਅਰਜੁਨ ਦਾ ਹੱਥ ਫੜਿਆ ਤੇ ਰਾਜ ਦੇ ਸਾਹਮਣੇ ਖੜਾ ਕਰ ਦਿੱਤਾ ਤੇ ਕਿਹਾ ਕਿ ਇਹੀ ਚੋਰ ਹੈ, ਇਸ ਨੂੰ ਫਾਂਸੀ ਤੇ ਚੜਾ ਦਿੱਤਾ ਜਾਵੇ। ਰਾਜਾ ਨੇ ਸੈਨਿਕਾਂ ਨੂੰ ਆਦੇਸ਼ ਦਿੱਤਾ ਕਿ ਇਸ ਚੋਰ ਨੂੰ ਫੜ ਕੇ ਜੇਲ੍ਹ ਵਿੱਚ ਪਾ ਦਿਓ ਤੇ ਸਵੇਰੇ ਫਾਂਸੀ ਤੇ ਚੜਾ ਦੇਣਾ। ਦੋਸਤੋ, ਅਰਜੁਨ ਨੂੰ ਜਦ ਸੈਨਿਕ ਫੜ ਕੇ ਲਿਜਾਣ ਲੱਗੇ ਤਾਂ ਉਸਨੇ ਸੇਠ ਨੂੰ ਕਿਹਾ, ਮਾਲਕ ਮੈਂ ਕੁਝ ਨਹੀਂ ਚੁਰਾਇਆ, ਮੈਂ ਨਿਰਦੋਸ਼ ਹਾਂ। ਕਿਰਪਾ ਕਰਕੇ ਰਾਜਾ ਨੂੰ ਕਹੋ ਉਹ ਮੇਰੀ ਗੱਲ ਸੁਣਨ। ਸੇਠ ਨੇ ਅਰਜੁਨ ਦੀ ਗੱਲ ਸੁਣੀ ਤੇ ਰਾਜਿਆਂ ਵਪਾਰੀਆਂ ਤੋਂ ਸਲਾਹ ਲਈ। ਸਾਰੇ ਵਪਾਰੀ ਰਾਜਾ ਕੋਲ ਪਹੁੰਚੇ ਤੇ ਬੋਲੇ, ਮਹਾਰਾਜ ਸਾਡਾ ਇਹ ਮੁਨੀਮ ਨਿਰਦੋਸ਼ ਹੈ। ਤੁਸੀਂ ਇਸ ਨੂੰ ਫਾਂਸੀ ਦੇਣ ਦਾ ਆਦੇਸ਼ ਦੇ ਚੁੱਕੇ ਹੋ, ਪਰ ਇਹ ਕਹਿ ਰਿਹਾ ਹੈ ਕਿ ਤੁਸੀਂ ਇਸ ਦੀਆਂ ਦੋ ਗੱਲਾਂ ਸੁਣਿਓ। ਜੇਕਰ ਉਹ ਦੋਸ਼ੀ ਨਿਕਲੇ ਤਾਂ ਤੁਸੀਂ ਜੋ ਚਾਹੇ ਉਹ ਸਜ਼ਾ ਦੇ ਦੇਣਾ। ਰਾਜਾ ਨੇ ਕਿਹਾ, ਠੀਕ ਹੈ, ਮੈਂ ਉਸ ਦੀ ਗੱਲ ਸੁਣਾਂਗਾ। ਉਸਨੂੰ ਦਰਬਾਰ ਵਿੱਚ ਲਿਆਓ। ਰਾਜਾ ਦੇ ਸਿਪਾਹੀ ਅਰਜੁਨ ਨੂੰ ਲੈ ਕੇ ਦਰਬਾਰ ਵਿੱਚ ਆਉਂਦੇ ਹਨ। ਰਾਜਾ ਨੇ ਕਿਹਾ, ਤੈਨੂੰ ਦੋ ਗੱਲਾਂ ਸੁਣਨ ਦਾ ਮੌਕਾ ਦਿੱਤਾ ਜਾਂਦਾ ਹੈ, ਬੋਲ ਤੂੰ ਕੀ ਕਹਿਣਾ ਚਾਹੁੰਦਾ ਹੈ। ਅਰਜੁਨ ਨੇ ਸਿਰ ਝੁਕਾ ਕੇ ਰਾਜਾ ਨੂੰ ਕਿਹਾ, ਮਹਾਰਾਜ ਮੈਂ ਕੀ ਅਪਰਾਧ ਕੀਤਾ ਹੈ ਜਿਸ ਕਰਕੇ ਮੈਨੂੰ ਚੋਰ ਕਿਹਾ ਜਾ ਰਿਹਾ ਹੈ ਤੇ ਮੈਨੂੰ ਫਾਂਸੀ ਦਾ ਹੁਕਮ ਦਿੱਤਾ ਗਿਆ ਹੈ। ਕਿਰਪਾ ਮੈਨੂੰ ਆਪਣੀ ਗੱਲ ਕਹਿਣ ਦਾ ਮੌਕਾ ਦਿਓ। ਰਾਜਾ ਨੇ ਕਿਹਾ, ਇਹ ਔਰਤ ਕਹਿ ਰਹੀ ਹੈ ਕਿ ਤੂੰ ਚੋਰ ਹੈ। ਅਰਜੁਨ ਨੇ ਲੰਬਾ ਸਾਹ ਲੈਂਦੇ ਹੋਏ ਕਿਹਾ, ਮਹਾਰਾਜ ਮੈਂ ਚੋਰ ਨਹੀਂ ਹਾਂ, ਸਗੋਂ ਇਹ ਔਰਤ ਮੇਰੀ ਪਤਨੀ ਹੈ। ਇਸਨੇ ਮੈਨੂੰ ਧੋਖਾ ਦੇ ਕੇ ਖੂਹ 'ਚ ਧੱਕਾ ਦਿੱਤਾ ਸੀ ਤੇ ਇੱਕ ਮਹਾਤਮਾ ਦੇ ਨਾਲ ਭੱਜ ਗਈ ਸੀ। ਇਹ ਸੁਣਦੇ ਹੀ ਸਤਿਆਵਤੀ ਹੈਰਾਨ ਰਹਿ ਗਈ। ਉਸਨੇ ਜਲਦੀ ਦੇਣੇ ਕਿਹਾ, ਮਹਾਰਾਜ ਇਹ ਝੂਠ ਬੋਲ ਰਿਹਾ ਹੈ, ਮੈਂ ਇਸ ਨੂੰ ਜਾਣਦੀ ਤੱਕ ਨਹੀਂ। ਇਹ ਤਾਂ ਇੱਕ ਸਧਾਰਨ ਚੋਰ ਹੈ ਜੋ ਮੇਰੇ ਪਿੱਛੇ ਪਿਆ ਹੋਇਆ ਹੈ। ਮੈਂ ਸਿਰਫ ਇੰਨਾ ਜਾਣਦੀ ਹਾਂ
ਕਿਸਨੇ ਮੇਰੀਆਂ ਚੀਜ਼ਾਂ ਚੁਰਾਈਆਂ ਹਨ। ਅਰਜੁਨ ਨੇ ਸੰਜਮ ਰੱਖਦੇ ਹੋਏ ਕਿਹਾ, ਮਹਾਰਾਜ, ਜੇਕਰ ਇਹ ਮੇਰੀ ਪਤਨੀ ਨਹੀਂ ਤਾਂ ਮੇਰੇ ਕੋਲ ਇੱਕ ਪਿਸਤੌਲ ਹੈ। ਮੈਂ ਇਸ ਕੋਲ ਆਪਣੀਆਂ ਕੁਝ ਅਮਾਨਤਾਂ ਛੱਡ ਕੇ ਗਿਆ ਸੀ। ਜੇਕਰ ਇਹ ਮੇਰੀ ਪਤਨੀ ਨਹੀਂ ਤਾਂ ਇਸ ਨੂੰ ਕਹੋ ਕਿ ਇਹ ਮੇਰੀਆਂ ਅਮਾਨਤਾਂ ਮੈਨੂੰ ਵਾਪਸ ਕਰ ਦੇਵੇ। ਜੇਕਰ ਇਹ ਇਸ ਤਰ੍ਹਾਂ ਕਰਦੀ ਹੈ ਤਾਂ ਮੈਂ ਮੰਨ ਜਾਵਾਂਗਾ ਕਿ ਮੈਂ ਗਲਤ ਹਾਂ। ਸਤਿਆਵਤੀ ਨੇ ਸੋਚਿਆ ਕਿ ਜੇਕਰ ਮੈਂ ਇਸ ਨੂੰ ਇਨਕਾਰ ਕਰਦੀ ਹਾਂ ਤਾਂ ਲੋਕ ਮੇਰੇ ਤੇ ਸ਼ੱਕ ਕਰਨਗੇ। ਮੈਨੂੰ ਇਸ ਨੂੰ ਸਵੀਕਾਰ ਕਰਨਾ ਪਵੇਗਾ। ਉਸਨੇ ਕਿਹਾ, ਠੀਕ ਹੈ, ਮੈਂ ਇਸ ਦੀ ਅਮਾਨਤ ਵਾਪਸ ਕਰ ਦੇਵਾਂਗੀ। ਅਰਜੁਨ ਨੇ ਰਾਜਾ ਨੂੰ ਕਿਹਾ, ਮਹਾਰਾਜ, ਸਾਡਾ ਨਿਆਂ ਇਸ ਸਭਾ ਵਿੱਚ ਹੋਵੇਗਾ। ਸਤਿਆਵਤੀ ਤੇ ਮੈਂ ਆਪਣੇ ਆਪਣੇ ਹੱਥਾਂ 'ਚ ਪਾਣੀ ਲੈ ਕੇ ਸੰਕਲਪ ਕਰਾਂਗੀ। ਜੋ ਵੀ ਝੂਠਾ ਹੋਵੇਗਾ ਉਸਦੇ ਹੱਥ ਦਾ ਪਾਣੀ ਧਰਤੀ ਤੇ ਡਿੱਗਦੇ ਹੀ ਉਸਦਾ ਸੱਚ ਸਾਹਮਣੇ ਆ ਜਾਵੇਗਾ। ਦੋਵਾਂ ਨੇ ਆਪਣੇ ਹੱਥ ਵਿੱਚ ਪਾਣੀ ਲਿਆ। ਅਰਜੁਨ ਨੇ ਕਿਹਾ, ਮੈਂ ਆਪਣੀ ਅਮਾਨਤ ਵਾਪਸ ਕਰਨ ਦਾ ਸੰਕਲਪ ਲੈਂਦਾ ਹਾਂ। ਜੋ ਵਸਤੂ ਮੈਂ ਸਤਿਆਵਤੀ ਨੂੰ ਸੌਂਪੀ ਸੀ ਉਸ ਨੂੰ ਵਾਪਸ ਲੈ ਰਿਹਾ ਹਾਂ। ਸਤਿਆਵਤੀ ਨੇ ਵੀ ਪਾਣੀ ਲਿਆ ਤੇ ਕਿਹਾ, ਜੋ ਵਸਤੂ ਉਸਨੇ ਮੈਨੂੰ ਦਿੱਤੀ ਸੀ ਮੈਂ ਵੀ ਇਸ ਨੂੰ ਵਾਪਸ ਕਰ ਰਹੀ ਹਾਂ। ਜਿਵੇਂ ਹੀ ਸਤਿਆਵਤੀ ਦੇ ਆਪਣੇ ਹੱਥਾਂ ਦਾ ਪਾਣੀ ਜ਼ਮੀਨ ਤੇ ਡਿੱਗਿਆ ਤਾਂ ਤੁਰੰਤ ਅਚੇਤ ਹੋ ਕੇ ਡਿੱਗ ਪਈ। ਉਸਦੇ ਪ੍ਰਾਣ ਨਿਕਲ ਗਏ। ਇਹ ਦ੍ਰਿਸ਼ ਦੇਖ ਕੇ ਦਰਬਾਰ ਵਿੱਚ ਸਨਾਟਾ ਛਾ ਗਿਆ। ਸਾਰੇ ਲੋਕ ਹੈਰਾਨੀ ਨਾਲ ਅਰਜੁਨ ਵੱਲ ਦੇਖਣ ਲੱਗੇ। ਰਾਜਾ ਵੀ ਚਿੰਤਤ ਹੋ ਗਿਆ। ਉਸਨੇ ਅਰਜੁਨ ਨੂੰ ਕਿਹਾ ਕਿ ਇਹ ਕੀ ਹੋ ਗਿਆ ਹੈ, ਮੈਨੂੰ ਪੂਰੀ ਸੱਚਾਈ ਦੱਸ। ਅਰਜੁਨ ਨੇ ਰਾਜਾ ਦੇ ਸਾਹਮਣੇ ਆਪਣੀ ਜ਼ਿੰਦਗੀ ਦੀ ਪੂਰੀ ਘਟਨਾ ਦੱਸੀ। ਉਸਨੇ ਦੱਸਿਆ ਕਿ ਕਿਸ ਤਰ੍ਹਾਂ ਉਸਨੇ ਆਪਣੀ ਘਰਵਾਲੀ ਨੂੰ ਬਚਾਉਣ ਲਈ ਆਪਣੀ ਅੱਧੀ ਉਮਰ ਤਿਆਗ ਦਿੱਤੀ ਸੀ ਤੇ ਕਿਵੇਂ ਸਤਿਆਵਤੀ ਨੇ ਉਸਨੂੰ ਖੂਹ 'ਚ ਧੱਕਾ ਦੇ ਕੇ ਉਸਦਾ ਜੀਵਨ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ। ਰਾਜਾ ਨੇ ਅਰਜੁਨ ਦੀਆਂ ਗੱਲਾਂ ਸੁਣ ਕੇ ਲੰਬਾ ਸਾਹ ਲਿਆ ਤੇ ਕਿਹਾ, ਤੂੰ ਬਹੁਤ ਦੁੱਖ ਝੱਲੇ ਹਨ। ਮੈਂ ਤੇਰੀ ਹਿੰਮਤ ਤੇ ਧੀਰਜ ਦੀ ਪ੍ਰਸ਼ੰਸਾ ਕਰਦਾ ਹਾਂ। ਇਹ ਔਰਤ ਆਪਣੇ ਪਾਪਾਂ ਕਰਕੇ ਹੀ ਮਰੀ ਹੈ। ਹੁਣ ਤੇਰੇ ਨਾਲ ਨਿਆਂ ਕੀਤਾ ਜਾਵੇਗਾ। ਇਸ ਤੋਂ ਬਾਅਦ ਰਾਜਾ ਨੇ ਅਰਜੁਨ ਨੂੰ ਗਲੇ ਲਾ ਲਿਆ ਤੇ ਆਪਣੀ ਧੀ ਦਾ ਵਿਆਹ ਅਰਜੁਨ ਦੇ ਨਾਲ ਕਰ ਦਿੱਤਾ। ਉਧਰ ਉਸ ਕੁੱਤੇ ਨੇ ਆਪਣੀ ਕਹਾਣੀ ਖਤਮ ਕੀਤੀ ਤਾਂ ਉਸਨੇ ਸਾਧੂ ਨੂੰ ਕਿਹਾ ਕਿ ਮਹਾਰਾਜ, ਮੈਂ ਕਹਾਣੀ ਇਸ ਲਈ ਸੁਣਾਈ ਕਿਉਂਕਿ ਮੈਂ ਵੀ ਦੇਖਿਆ ਹੈ ਕਿ ਸੰਸਾਰ 'ਚ ਪੁਰਸ਼ਾਂ ਨਾਲ ਜ਼ਿਆਦਾ ਧੋਖਾ ਹੁੰਦਾ ਹੈ। ਇਹੀ ਕਾਰਨ ਹੈ ਕਿ ਮੈਂ ਔਰਤਾਂ ਤੇ ਵਿਸ਼ਵਾਸ ਨਹੀਂ ਕਰਦਾ। ਦੋਸਤੋ, ਸਾਧੂ ਨੇ ਕੁੱਤੇ ਦੀ ਕਹਾਣੀ ਸੁਣੀ ਤੇ ਫਿਰ ਕੁੱਤੀ ਨੂੰ ਕਿਹਾ ਕਿ ਹੁਣ ਤੂੰ ਆਪਣੀ ਕਹਾਣੀ ਸੁਣਾ। ਕੁੱਤੀ ਨੇ ਆਪਣੀ ਕਹਾਣੀ ਸੁਣਾਉਣੀ ਸ਼ੁਰੂ ਕੀਤੀ ਤੇ ਕਹਿੰਦੀ ਹੈ ਕਿ ਮੈਂ ਇਸ ਕਹਾਣੀ ਨਾਲ ਇਹ ਸਿੱਧ ਕਰ ਦੇਵਾਂਗੀ ਕਿ ਪੁਰਸ਼ ਔਰਤਾਂ ਤੋਂ ਜ਼ਿਆਦਾ ਪਾਪੀ ਤੇ ਵਿਸ਼ਵਾਸਘਾਤੀ ਹੁੰਦੇ ਹਨ। ਉਸਨੇ ਕਿਹਾ, ਕਿਸੇ ਪਿੰਡ ਵਿੱਚ ਇੱਕ ਬਹੁਤ ਹੀ ਧਨਵਾਨ ਸੇਠ ਰਹਿੰਦਾ ਸੀ। ਉਸਦੇ ਕੋਲ ਬਹੁਤ ਜਾਇਦਾਦ ਸੀ, ਪਰ ਉਸਦਾ ਪੁੱਤ ਉਸਦੀ ਸਭ ਤੋਂ ਵੱਡੀ ਚਿੰਤਾ ਦਾ ਕਾਰਨ ਸੀ। ਉਸਦਾ ਪੁੱਤ ਦਿਨ ਰਾਤ ਜੂਆ ਖੇਡਦਾ ਸੀ। ਉਹ ਆਪਣੇ ਪੁੱਤ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕਰਦਾ, ਪਰ ਉਸਦਾ ਪੁੱਤ ਆਪਣੀ ਆਦਤ ਤੋਂ ਬਾਜ਼ ਨਹੀਂ ਆਉਂਦਾ ਸੀ। ਇੱਕ ਦਿਨ ਜਦ ਉਸਦਾ ਪੁੱਤ ਜੂਆ ਖੇਡ ਰਿਹਾ ਸੀ ਤਾਂ ਉਸ ਦਿਨ ਉਸਦੇ ਪਿਓ ਦੀ ਮੌਤ ਹੋ ਗਈ, ਪਰ ਪੁੱਤ ਤੇ ਇਸਦਾ ਕੋਈ ਅਸਰ ਨਾ ਹੋਇਆ। ਉਸਨੇ ਜੂਆ ਖੇਡਣਾ ਬੰਦ ਕਰਨ ਦੀ ਬਜਾਏ ਹੋਰ ਜ਼ਿਆਦਾ ਖੇਡਣਾ ਸ਼ੁਰੂ ਕਰ ਦਿੱਤਾ। ਪਿਓ ਦੀ ਮੌਤ ਤੋਂ ਬਾਅਦ ਉਹ ਪੂਰੀ ਤਰ੍ਹਾਂ ਨਾਲ ਆਜ਼ਾਦ ਹੋ ਗਿਆ ਤੇ ਜੂਏ ਵਿੱਚ ਆਪਣੀ ਸਾਰੀ ਜਾਇਦਾਦ ਗਵਾ ਦਿੰਦਾ ਹੈ। ਜਦ ਉਸਦੇ ਕੋਲ ਕੁਝ ਵੀ ਨਾ ਬਚਿਆ ਤਾਂ ਉਸਨੇ ਪਿੰਡ ਛੱਡ ਕੇ ਕਿਤੇ ਬਾਹਰ ਜਾਣ ਦਾ ਫੈਸਲਾ ਕੀਤਾ। ਰਸਤੇ ਵਿੱਚ ਉਸਨੂੰ ਪਿਆਸ ਲੱਗਦੀ ਹੈ ਕਿ ਉਹ ਇੱਕ ਅਮੀਰ ਸੇਠ ਦੇ ਘਰ ਪਹੁੰਚ ਜਾਂਦਾ ਹੈ। ਉਸਨੇ ਸੇਠ ਨੂੰ ਕਿਹਾ, ਮੈਨੂੰ ਬਹੁਤ ਪਿਆਸ ਲੱਗੀ ਹੈ, ਕਿ ਮੈਨੂੰ ਇੱਕ ਗਲਾਸ ਪਾਣੀ ਮਿਲ ਸਕਦਾ ਹੈ। ਸੇਠ ਨੇ ਪੁੱਛਿਆ, ਤੂੰ ਕੌਣ ਹੈ ਤੇ ਕੀ ਕਰਦਾ ਹੈ ਤੇ ਕਿੱਥੋਂ ਆਇਆ ਹੈ। ਉਸਨੇ ਜਵਾਬ ਦਿੱਤਾ ਕਿ ਮੈਂ ਇੱਕ ਵਪਾਰੀ ਹਾਂ ਤੇ ਮੈਂ ਵਪਾਰ ਦੇ ਸਿਲਸਿਲੇ ਵਿੱਚ ਇੱਥੋਂ ਲੰਘ ਰਿਹਾ ਸੀ। ਸੋਚਿਆ ਪਾਣੀ ਪੀ ਕੇ ਆਪਣੀ ਪਿਆਸ ਬੁਝਾਵਾਂ ਤੇ ਆਪਣੀ ਯਾਤਰਾ ਜਾਰੀ ਰੱਖਾਂ। ਸੇਠ ਨੇ ਪੁੱਛਿਆ, ਤੂੰ ਕਿਹੜਾ ਵਪਾਰ ਕਰਦਾ ਹੈ? ਤਾਂ ਉਸਨੇ ਝੂਠ ਬੋਲਦੇ ਹੋਏ ਕਿਹਾ, ਮੇਰਾ ਸਾਰਾ ਸਮਾਨ ਸਮੁੰਦਰ ਵਿੱਚ ਡਿੱਗ ਗਿਆ ਹੈ। ਹੁਣ ਮੇਰੇ ਕੋਲ ਕੁਝ ਨਹੀਂ ਬਚਿਆ। ਜੇਕਰ ਤੁਸੀਂ ਮੇਰੀ ਥੋੜੀ ਮਦਦ ਕਰਦੇ ਹੋ ਤਾਂ ਮੇਰੀ ਜ਼ਿੰਦਗੀ ਸੰਵਰ ਜਾਵੇਗੀ। ਸੇਠ ਨੇ ਉਸਦੀਆਂ ਗੱਲਾਂ ਤੇ ਭਰੋਸਾ ਕੀਤਾ ਤੇ ਸੋਚਿਆ ਕਿ ਇਹ ਮੁੰਡਾ ਚੰਗਾ ਤੇ ਮਿਹਨਤੀ ਲੱਗ ਰਿਹਾ ਹੈ। ਸੇਠ ਨੇ ਉਸਨੂੰ ਕਿਹਾ, ਪੁੱਤ ਤੂੰ ਮਿਹਨਤੀ ਹੈ। ਜੇਕਰ ਤੂੰ ਮੇਰੇ ਘਰ ਵਿੱਚ ਰਹਿ ਕੇ ਕੰਮ ਕਰੇ ਤਾਂ ਮੈਂ ਤੇਰੀ ਮਦਦ ਕਰ ਸਕਦਾ ਹਾਂ ਤੇ ਜੇਕਰ ਤੂੰ ਚਾਹਵੇਂ ਤਾਂ ਮੇਰੀ ਧੀ ਨਾਲ ਵਿਆਹ ਕਰ ਲੈ। ਇਸ ਨਾਲ ਤੇਰੀ ਜ਼ਿੰਦਗੀ ਵੀ ਆਸਾਨ ਹੋ ਜਾਵੇਗੀ। ਇਹ ਸੁਣ ਕੇ ਉਹ ਬਹੁਤ ਖੁਸ਼ ਹੋਇਆ ਤੇ ਉਸੇ ਵੇਲੇ ਵਿਆਹ ਲਈ ਹਾਮੀ ਭਰ ਦਿੱਤੀ। ਸੇਠ ਨੇ ਆਪਣੀ ਧੀ ਦਾ ਵਿਆਹ ਉਸ ਨਾਲ ਕਰ ਦਿੱਤਾ ਤੇ ਆਪਣੀ ਧੀ ਨੂੰ ਬਹੁਤ ਸਾਰਾ ਧਨ ਤੇ ਗਹਿਣੇ ਦੇ ਕੇ ਵਿਦਾ ਕਰ ਦਿੱਤਾ। ਵਿਆਹ ਤੋਂ ਬਾਅਦ ਨੌਜਵਾਨ ਆਪਣੀ ਪਤਨੀ ਨੂੰ ਨਾਲ ਲੈ ਕੇ ਪਿੰਡ ਚਲਾ ਗਿਆ।
ਰਸਤੇ 'ਚ ਜਦੋਂ ਉਹ ਇੱਕ ਜੰਗਲ ਵਿੱਚੋਂ ਲੰਘਿਆ ਤਾਂ ਆਪਣੀ ਪਤਨੀ ਨੂੰ ਕਿਹਾ, ਜੰਗਲ ਬਹੁਤ ਖਤਰਨਾਕ ਹੈ। ਇੱਥੇ ਚੋਰ ਤੇਰੇ ਗਹਿਣਿਆਂ ਨੂੰ ਚੁਰਾ ਸਕਦੇ ਹਨ, ਇਸ ਲਈ ਤੇਰੇ ਸਾਰੇ ਗਹਿਣੇ ਮੈਨੂੰ ਦੇ ਦੇ। ਮੈਂ ਇਹਨਾਂ ਨੂੰ ਸੁਰੱਖਿਅਤ ਰੱਖ ਲਵਾਂਗਾ। ਪਤਨੀ ਨੇ ਆਪਣੇ ਪਤੀ ਤੇ ਪੂਰਾ ਵਿਸ਼ਵਾਸ ਕੀਤਾ। ਉਹ ਇਹ ਸੋਚ ਵੀ ਨਹੀਂ ਸਕਦੀ ਸੀ ਕਿ ਉਸਦਾ ਪਤੀ ਉਸਦੇ ਨਾਲ ਇਸ ਤਰ੍ਹਾਂ ਕਰੇਗਾ। ਉਸਨੇ ਆਪਣੇ ਸਾਰੇ ਗਹਿਣੇ ਉਸਨੂੰ ਸੌਂਪ ਦਿੱਤੇ। ਉਹ ਨੌਜਵਾਨ ਪਹਿਲਾਂ ਹੀ ਲਾਲਚੀ ਸੀ। ਹੁਣ ਜਦੋਂ ਉਸ ਕੋਲ ਇੰਨਾ ਸਾਰਾ ਧਨ ਆ ਗਿਆ ਤਾਂ ਉਸਦਾ ਲਾਲਚ ਹੋਰ ਵੱਧ ਗਿਆ। ਸੇਠ ਨੇ ਆਪਣੀ ਧੀ ਦੇ ਨਾਲ ਜੋ ਦਾਸੀ ਭੇਜੀ ਸੀ, ਉਸ ਨੌਜਵਾਨ ਨੇ ਉਸਨੂੰ ਹੀ ਮਾਰ ਦਿੱਤਾ। ਇਸ ਤੋਂ ਬਾਅਦ ਉਸਨੇ ਆਪਣੀ ਪਤਨੀ ਨੂੰ ਧੋਖਾ ਦਿੱਤਾ। ਉਸਨੇ ਆਪਣੀ ਪਤਨੀ ਨੂੰ ਕਿਹਾ, ਅਸੀਂ ਥੋੜੀ ਦੇਰ ਆਰਾਮ ਕਰਦੇ ਹਾਂ ਤੇ ਫਿਰ ਅੱਗੇ ਚੱਲਾਂਗੇ। ਨੇੜੇ ਹੀ ਖੂਹ ਸੀ। ਉਹ ਆਪਣੀ ਪਤਨੀ ਨੂੰ ਖੂਹ ਦੇ ਕੋਲ ਲੈ ਗਿਆ ਤੇ ਉਸਨੂੰ ਖੂਹ ਦੇ ਵਿੱਚ ਧੱਕਾ ਦੇ ਦਿੱਤਾ। ਉਸਨੂੰ ਲੱਗਿਆ ਕਿ ਉਸਦੀ ਪਤਨੀ ਖੂਹ 'ਚ ਡਿੱਗ ਕੇ ਮਰ ਜਾਵੇਗੀ ਤੇ ਇਹ ਸੋਚ ਕੇ ਉਹ ਉੱਥੋਂ ਚਲਿਆ ਗਿਆ। ਪਰ ਉਸਦੀ ਪਤਨੀ ਖੂਹ ਵਿੱਚ ਡਿੱਗ ਕੇ ਮਰੀ ਨਹੀਂ ਸੀ। ਉਸਨੇ ਬਚਣ ਲਈ ਜ਼ੋਰ-ਜ਼ੋਰ ਦੀ ਚੀਕਣਾ ਸ਼ੁਰੂ ਕਰ ਦਿੱਤਾ। ਉਸ ਸਮੇਂ ਉੱਥੋਂ ਇੱਕ ਆਦਮੀ ਲੰਘਿਆ। ਉਸਨੇ ਕਿਸੇ ਦੀ ਆਵਾਜ਼ ਸੁਣੀ ਤੇ ਖੂਹ ਕੋਲ ਪਹੁੰਚਿਆ। ਉਸਨੇ ਖੂਹ ਵਿੱਚ ਦੇਖਿਆ ਤਾਂ ਉਸਨੂੰ ਪਤਾ ਲੱਗਿਆ ਕਿ ਇੱਕ ਔਰਤ ਖੂਹ ਦੇ ਵਿੱਚ ਡਿੱਗੀ ਹੋਈ ਹੈ ਤੇ ਮਦਦ ਲਈ ਪੁਕਾਰ ਰਹੀ ਹੈ। ਉਸਨੇ ਉਸੇ ਵੇਲੇ ਖੂਹ ਵਿੱਚ ਰੱਸੀ ਸੁੱਟੀ ਤੇ ਉਸ ਔਰਤ ਨੂੰ ਬਾਹਰ ਕੱਢ ਲਿਆ। ਉਸ ਮਹਿਲਾ ਨੇ ਉਸ ਵਿਅਕਤੀ ਨੂੰ ਆਪਣੀ ਪੂਰੀ ਬੀਤੀ ਸੁਣਾਈ। ਉਸ ਆਦਮੀ ਨੇ ਉਸ ਔਰਤ ਨੂੰ ਸੁਰੱਖਿਅਤ ਉਸਦੇ ਪਿਓ ਦੇ ਘਰ ਪਹੁੰਚਾ ਦਿੱਤਾ। ਜਦ ਔਰਤ ਆਪਣੇ ਪਿਓ ਦੇ ਘਰ ਪਹੁੰਚੀ ਤਾਂ ਪਿਤਾ ਉਸਨੂੰ ਦੇਖ ਕੇ ਹੈਰਾਨ ਤੇ ਚਿੰਤਤ ਹੋ ਗਿਆ। ਉਹ ਬਹੁਤ ਡਰੀ ਹੋਈ ਸੀ ਤੇ ਪਰੇਸ਼ਾਨ ਸੀ। ਉਸਦੇ ਪਿਓ ਨੇ ਉਸਨੂੰ ਗਲੇ ਲਗਾਉਂਦੇ ਹੋਏ ਪੁੱਛਿਆ, ਧੀਏ ਤੇਰੇ ਨਾਲ ਕੀ ਹੋਇਆ ਹੈ, ਛੇਤੀ ਦੱਸ। ਉਸਨੇ ਹੰਝੂ ਭਰੀਆਂ ਅੱਖਾਂ ਨਾਲ ਕਿਹਾ, ਪਿਤਾ ਜੀ, ਜੰਗਲ 'ਚ ਕੁਝ ਡਾਕੂਆਂ ਨੇ ਸਾਡੇ ਤੇ ਹਮਲਾ ਕਰ ਦਿੱਤਾ। ਉਹਨਾਂ ਨੇ ਸਾਡੀ ਦਾਸੀ ਨੂੰ ਨੁਕਸਾਨ ਪਹੁੰਚਾਇਆ ਤੇ ਮੈਨੂੰ ਖੂਹ 'ਚ ਧੱਕ ਦਿੱਤਾ। ਮੇਰੇ ਪਤੀ ਦੇ ਬਾਰੇ ਮੈਨੂੰ ਕੁਝ ਨਹੀਂ ਪਤਾ। ਪਿਤਾ ਨੇ ਉਸਨੂੰ ਕਿਹਾ, ਧੀਏ ਤੂੰ ਚਿੰਤਾ ਨਾ ਕਰ, ਭਗਵਾਨ ਤੇ ਭਰੋਸਾ ਰੱਖ, ਸਮੇਂ ਦੇ ਨਾਲ ਸਭ ਠੀਕ ਹੋ ਜਾਵੇਗਾ। ਉਸ ਕੁੱਤੀ ਨੇ ਸਾਧੂ ਨੂੰ ਕਿਹਾ ਕਿ ਹੇ ਮਹਾਰਾਜ, ਇਸ ਘਟਨਾ ਨਾਲ ਸਪਸ਼ਟ ਹੁੰਦਾ ਹੈ ਕਿ ਪੁਰਸ਼ ਸਭ ਤੋਂ ਵੱਡੇ ਸਵਾਰਥੀ ਤੇ ਵਿਸ਼ਵਾਸਘਾਤੀ ਹੋ ਸਕਦੇ ਹਨ, ਕਿਉਂਕਿ ਜਿਸ ਪੁਰਸ਼ ਨੇ ਆਪਣੀ ਪਤਨੀ ਨੂੰ ਧੋਖਾ ਦਿੱਤਾ, ਉਸ ਔਰਤ ਨੂੰ ਝੂਠ ਬੋਲ ਕੇ ਬਚਾ ਲਿਆ। ਉਸ ਨੌਜਵਾਨ ਨੇ ਆਪਣੀ ਪਤਨੀ ਨੂੰ ਸਿਰਫ ਧਨ ਲਈ ਇਸਤੇਮਾਲ ਕੀਤਾ ਸੀ ਤੇ ਉਸ ਨੂੰ ਮੁਸ਼ਕਿਲ ਵਿੱਚ ਛੱਡ ਦਿੱਤਾ ਸੀ। ਇਸ ਘਟਨਾ ਤੋਂ ਇਹ ਸਮਝਿਆ ਜਾ ਸਕਦਾ ਹੈ ਕਿ ਪੁਰਸ਼ ਸਵਾਰਥ ਵਿੱਚ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਸਾਧੂ ਨੇ ਦੋਵਾਂ ਦੀਆਂ ਕਹਾਣੀਆਂ ਸੁਣ ਕੇ ਗੰਭੀਰ ਸਵਰ ਵਿੱਚ ਕਿਹਾ, ਮੈਂ ਤੁਹਾਡੇ ਦੋਨਾਂ ਦੀਆਂ ਕਹਾਣੀਆਂ ਨੂੰ ਧਿਆਨਪੂਰਵਕ ਸੁਣਿਆ ਹੈ। ਹੁਣ ਮੈਂ ਤੁਹਾਡੇ ਵਿਵਾਦ ਦਾ ਨਿਪਟਾਰਾ ਕਰਦਾ ਹਾਂ। ਸਾਧੂ ਕਹਿਣ ਲੱਗਿਆ, ਨਾ ਔਰਤ ਪਾਪੀ ਹੁੰਦੀ ਹੈ ਤੇ ਨਾ ਹੀ ਪੁਰਸ਼। ਇਹ ਕਹਿਣਾ ਗਲਤ ਹੋਵੇਗਾ ਕਿ ਸੰਸਾਰ ਵਿੱਚ ਸਿਰਫ ਔਰਤ ਪਾਪੀ ਹੁੰਦੀ ਹੈ ਜਾਂ ਸਿਰਫ ਪੁਰਸ਼। ਪਾਪ ਤੇ ਪੁੰਨ ਦਾ ਨਿਰਧਾਰਨ ਕਿਸੇ ਦੇ ਲਿੰਗ ਤੇ ਨਹੀਂ, ਬਲਕਿ ਉਸਦੀ ਸੋਚ ਤੇ ਕਰਮ ਨਾਲ ਹੁੰਦਾ ਹੈ। ਇਨਸਾਨ ਦਾ ਆਚਰਣ, ਉਸਦੀ ਨੈਤਿਕਤਾ ਤੇ ਉਸਦੇ ਕੰਮ ਹੀ ਤੈਅ ਕਰਦੇ ਹਨ ਕਿ ਉਹ ਸਹੀ ਹੈ ਜਾਂ ਗਲਤ। ਪਾਪ ਤੇ ਪੁੰਨ ਦੇ ਸੰਬੰਧ ਸਿੱਧੇ ਇਨਸਾਨ ਦੇ ਮਨੋਭਾਵ ਦੇ ਕੰਮਾਂ ਨਾਲ ਹੈ। ਜੇਕਰ ਕੋਈ ਵਿਅਕਤੀ ਦੂਜਿਆਂ ਦੇ ਨਾਲ ਧੋਖਾ ਕਰਦਾ ਹੈ ਤਾਂ ਉਹ ਪਾਪ ਵੱਲ ਵੱਧਦਾ ਹੈ, ਪਰ ਜੇਕਰ ਕੋਈ ਸੱਚਾਈ, ਦਇਆ ਤੇ ਧਰਮ ਦਾ ਪਾਲਣ ਕਰਦਾ ਹੈ ਤਾਂ ਉਹ ਪੁੰਨ ਦੇ ਰਸਤੇ ਤੇ ਚੱਲਦਾ ਹੈ। ਪਾਪ ਕਿਸੇ ਇੱਕ ਤੱਕ ਸੀਮਤ ਨਹੀਂ ਹੈ। ਇਸਤਰੀ ਤੇ ਪੁਰਸ਼ ਦੋਨੋਂ ਹੀ ਜੇਕਰ ਸਹੀ ਸੋਚ ਤੇ ਕਰਮਾਂ ਤੋਂ ਭਟਕ ਜਾਂਦੇ ਹਨ ਤਾਂ ਪਾਪੀ ਬਣ ਜਾਂਦੇ ਹਨ। ਧਰਮ ਗ੍ਰੰਥਾਂ 'ਚ ਵੀ ਪਾਪ ਤੇ ਪੁੰਨ ਦਾ ਸੰਬੰਧ ਕਰਮਾਂ ਨਾਲ ਜੋੜਿਆ ਗਿਆ ਹੈ, ਨਾ ਕਿ ਮਰਦ ਤੇ ਔਰਤ ਨਾਲ। ਹਰ ਵਿਅਕਤੀ, ਚਾਹੇ ਔਰਤ ਹੋਵੇ ਜਾਂ ਪੁਰਸ਼, ਉਸਦੀ ਸੋਚ ਹੀ ਉਸਨੂੰ ਪਾਪ ਜਾਂ ਪੁੰਨ ਦੀ ਆਤਮਾ ਬਣਾਉਂਦੀ ਹੈ। ਸਵਾਰਥ ਤੇ ਲਾਲਚ ਇਨਸਾਨ ਨੂੰ ਗਲਤ ਰਸਤੇ ਤੇ ਲੈ ਜਾਂਦੇ ਹਨ। ਤਿਆਗ ਤੇ ਸੱਚ ਇਨਸਾਨ ਨੂੰ ਪੁੰਨ ਵੱਲ ਲੈ ਜਾਂਦਾ ਹੈ। ਔਰਤ ਤੇ ਮਰਦ ਦੋਨੋਂ ਸ੍ਰਿਸ਼ਟੀ ਦੇ ਨਿਰਮਾਣ ਲਈ ਜ਼ਰੂਰੀ ਹਨ। ਨਾਰੀ ਨੂੰ ਸ੍ਰਿਸ਼ਟੀ ਦੀ ਜਨਨੀ ਤੇ ਸ਼ਕਤੀ ਦਾ ਪ੍ਰਤੀਕ ਜਾਣਿਆ ਜਾਂਦਾ ਹੈ। ਉਹ ਆਪਣੇ ਘਰ ਵਿੱਚ ਮਹਾਂਪੁਰਸ਼ਾਂ ਤੇ ਦੇਵਤਿਆਂ ਨੂੰ ਜਨਮ ਦਿੰਦੀ ਹੈ। ਪੁਰਸ਼ ਨੂੰ ਪਰਿਵਾਰ ਦਾ ਆਧਾਰ ਤੇ ਰੱਖਿਅਕ ਮੰਨਿਆ ਗਿਆ ਹੈ। ਉਸਦਾ ਫਰਜ਼ ਹੈ ਕਿ ਉਹ ਧਰਮ, ਸੱਚਾਈ ਤੇ ਨਿਆਂ ਦੇ ਰਸਤੇ ਤੇ ਚੱਲੇ। ਇਹ ਸਮਝਣਾ ਜ਼ਰੂਰੀ ਹੈ ਕਿ ਔਰਤ ਤੇ ਮਰਦ ਇੱਕ ਦੂਸਰੇ ਦੇ ਪੂਰਕ ਹਨ। ਦੋਨਾਂ 'ਚ ਕੋਈ ਵੱਡਾ ਜਾਂ ਛੋਟਾ ਨਹੀਂ। ਪਾਪ ਤੇ ਪੁੰਨ ਕਿਸੇ ਇੱਕ ਦੇ ਸੁਭਾਅ ਦਾ ਹਿੱਸਾ ਨਹੀਂ। ਇਹ ਸਿਰਫ ਉਸਦੀ ਸੋਚ ਤੇ ਕਰਮਾਂ ਦਾ ਨਤੀਜਾ ਹੈ। ਇਨਸਾਨ ਨੂੰ ਹਮੇਸ਼ਾ ਆਪਣੇ ਕਰਮਾਂ ਨੂੰ ਧਰਮ, ਸੱਚਾਈ ਤੇ ਨੈਤਿਕਤਾ ਦੇ ਅਨੁਰੂਪ ਰੱਖਣਾ ਚਾਹੀਦਾ ਹੈ। ਔਰਤ ਤੇ ਪੁਰਸ਼ ਦੋਨਾਂ ਨੂੰ ਇੱਕ ਦੂਜੇ ਦਾ ਸਨਮਾਨ ਕਰਨਾ ਚਾਹੀਦਾ ਹੈ। ਇਸ ਲਈ ਇਹ ਕਹਿਣਾ ਗਲਤ ਹੋਵੇਗਾ ਕਿ ਔਰਤ ਪਾਪੀ ਹੁੰਦੀ ਹੈ ਜਾਂ ਪੁਰਸ਼। ਅਸਲ 'ਚ ਇਨਸਾਨ ਦੀ ਸੋਚ, ਉਸਦੇ ਕਰਮ ਹੀ ਉਸਨੂੰ ਪਾਪੀ
ਜਾਂ ਪੁੰਨ ਆਤਮਾ ਬਣਾਉਂਦੇ ਹਨ। ਦੋਸਤੋ, ਸਾਡੀ ਅੱਜ ਦੀ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ। ਵਧੀਆ ਲੱਗੀ ਤਾਂ ਕਮੈਂਟ ਵਿੱਚ ਸਤਿਨਾਮ ਸ਼੍ਰੀ ਵਾਹਿਗੁਰੂ ਜ਼ਰੂਰ ਲਿਖਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ। ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ। ਮਿਲਦੇ ਹਾਂ ਅਗਲੀ ਕਹਾਣੀ ਵਿੱਚ। ਤਦ ਤੱਕ ਲਈ ਆਪਣਾ ਖਿਆਲ ਰੱਖਣਾ। ਧੰਨਵਾਦ।